ਅੱਜ ਇਸ ਹਫ਼ਤੇ ਦੀ ਸ਼ੁਰੂਆਤ ਕਰਨੀ ਹੈ ਇੱਕ ਬਹੁਤ ਹੀ ਪਿਆਰੇ ਇਨਸਾਨ ਦੇ ਨਾਲ ਗੱਲਾਂ ਬਾਤਾਂ ਕਰਕੇ। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਜਦੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋਗੇ ਤੇ ਤੁਹਾਨੂੰ ਲੱਗੇਗਾ ਕਿ ਇਹ 2 ਘੰਟੇ ਕਿੱਧਰ ਚਲੇ ਗਏ ਪਤਾ ਹੀ ਨਹੀਂ ਲੱਗਾ। ਮੈਨੂੰ ਇਸ ਗੱਲ ਦਾ ਫਿਕਰ ਹੈ ਕਿ ਅੱਜ ਜਿਸ ਵਿਅਕਤੀ ਦੇ ਨਾਲ ਮੈਂ ਗੱਲਾਂ ਬਾਤਾਂ ਕਰਨੀਆਂ ਕਿ 2 ਘੰਟੇ ਦੇ ਵਿੱਚ ਪੂਰੀਆਂ ਵੀ ਹੋ ਜਾਣਗੀਆਂ ਜਾਂ ਨਹੀਂ ਹੋਣਗੀਆਂ। ਖੈਰ, ਇਸ ਫਿਕਰ ਤੋਂ ਮੈਂ ਆਪਣੇ ਆਪ ਨੂੰ ਮੁਕਤ ਕਰਦੀ ਹੋਈ ਜਲਦੀ ਗੱਲਬਾਤ ਸ਼ੁਰੂ ਕਰਨਾ ਚਾਹੁੰਦੀ, ਕਿਉਂਕਿ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਅਕਸਰ ਇਹ ਕਹਿੰਦੇ ਆ ਕਿ ਜਿਹੜੀ ਸਿਆਣਪ ਹੈ ਉਹਦਾ ਉਮਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਅੱਜ ਜਦੋਂ ਇਸ ਆਪਣੇ ਮਹਿਮਾਨ ਨੂੰ ਮੈਂ ਸਟੂਡੀਓ ਦੇ ਵਿੱਚ ਬੁਲਾਇਆ ਹੋਇਆ, ਮੈਨੂੰ ਪੂਰੀ ਇਹ ਗੱਲ ਢੁਕਵੀਂ ਲੱਗਦੀ ਹੈ ਕਿ ਵਾਕਈ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਉਮਰ ਦੇ ਨਾਲ ਬੰਦਾ ਸਿਆਣਾ ਹੋ ਜਾਂਦਾ, ਤਜਰਬੇ ਦੇ ਨਾਲ ਬੰਦਾ ਸਿਆਣਾ ਹੋ ਜਾਂਦਾ, ਪਰ ਬਹੁਤੀ ਉਮਰ ਵੀ ਨਾ ਹੋਵੇ, ਬਹੁਤਾ ਤਜਰਬਾ ਵੀ ਨਾ ਹੋਵੇ। ਛੋਟੀ ਜਿਹੀ ਉਮਰ ਦੇ ਵਿੱਚ ਕੋਈ ਸਿਆਣਾ ਲੱਗਦਾ ਬਹੁਤ ਅਜੀਬ ਹੈ, ਪਰ ਉਹ ਕਿਉਂ ਸਿਆਣਾ ਲੱਗਦਾ ਹੈ? ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਕਿ ਉਹ ਵਿਅਕਤੀ ਸਿਆਣਾ ਹੈ? ਉਹਦੇ ਲਈ ਉਹਦੀਆਂ ਗੱਲਾਂ ਸੁਣਨੀਆਂ ਜ਼ਰੂਰੀ ਹੁੰਦੀਆਂ, ਉਹਦੇ ਕੰਮ ਦੇਖਣੇ ਜ਼ਰੂਰੀ ਹੁੰਦੇ ਆ। ਅੱਜ ਮੈਂ ਸਟੂਡੀਓ ਦੇ ਵਿੱਚ ਸ਼ਾਮਿਲ ਕਰਨ ਜਾ ਰਹੀ ਹਾਂ ਆਪਣੇ ਨਾਲ ਸੁਖਮੀਤ ਸਿੰਘ ਸੱਚਲ। ਸੁਖਮੀਤ, ਵੈਲਕਮ ਜੀ ਆਇਆਂ ਨੂੰ। Thank you so much for having me. ਸੁਖਮੀਤ ਬਾਰੇ ਜੇ ਮੈਂ ਗੱਲਾਂ ਕਰਨੀਆਂ ਸ਼ੁਰੂ ਕਰੂੰਗੀ ਤੇ ਕਾਫੀ ਲੰਬੀ ਲਿਸਟ ਹੈ। ਮੈਂ ਦੇਖ ਰਹੀ ਹਾਂ ਕਿ ਘੱਟੋ ਘੱਟ 5-6 ਪੇਜ ਸੀ ਇਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਉਹ ਮੇਰੇ ਹੱਥਾਂ ਦੇ ਵਿੱਚ ਹੈ। ਹਾਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਸ਼ਾਮਿਲ ਨਹੀਂ ਵੀ ਹੋਣਗੀਆਂ। ਮੈਂ ਅੱਜ ਸੁਖਮੀਤ ਪ੍ਰੋਫਾਈਲ ਵੱਲ ਨੂੰ ਨਹੀਂ ਜਾਣਾ, ਮੈਂ ਬਿਲਕੁਲ ਇਹੀ ਚੀਜ਼ ਨਹੀਂ ਦੇਖਣਾ ਚਾਹੁੰਦੀ, ਕਿਉਂਕਿ ਸਾਡੇ ਬਹੁਤ ਸਾਰੇ ਸੁਣਨ ਵਾਲੇ ਤੁਹਾਡੇ ਨਾਂ ਤੋਂ ਆਲਰੇਡੀ ਵਾਕਫ ਨੇ। ਤੁਸੀਂ ਕੀ ਕੰਮ ਕਰਦੇ ਹੋ, ਕਿਉਂਕਿ ਤੁਸੀਂ ਕਮਿਊਨਿਟੀ ਦੇ ਵਿੱਚ ਵਿਚਰਦੇ ਹੋ। ਖਾਸ ਕਰਕੇ ਜਿਹੜਾ ਕੋਵਿਡ-19 ਦੇ ਦਿਨਾਂ ਦੇ ਵਿੱਚ ਇਹ ਸਿਲਸਿਲਾ ਚੱਲਿਆ, ਬਹੁਤ ਸਾਰੇ ਲੋਕਾਂ ਦੇ ਲਈ ਤੁਸੀਂ ਜਦੋਂ ਕੰਮ ਕੀਤਾ, ਆਟੋਮੈਟਿਕਲੀ ਤੁਸੀਂ ਸੁਰਖੀਆਂ ਦੇ ਵਿੱਚ ਉੱਭਰ ਕੇ ਸਾਹਮਣੇ ਆਏ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਇੱਕ ਉਹ ਇਨਸਾਨ ਜਿਹੜਾ ਕਿ ਹਾਲੇ ਮੁਕੰਮਲ ਤੌਰ 'ਤੇ ਡਾਕਟਰ ਨਹੀਂ ਬਣਿਆ, ਉਹਨੇ ਡਾਕਟਰਾਂ ਵਾਂਗ ਰੋਲ ਨਿਭਾਇਆ। ਨਾ ਸਿਰਫ ਉਹਨੇ ਮੈਡੀਕਲ ਡਾਕਟਰਾਂ ਵਾਂਗ ਰੋਲ ਨਿਭਾਇਆ, ਸਗੋਂ ਕਮਿਊਨਿਟੀ ਦੇ ਜਿਹੜੇ ਦੁੱਖ ਦਰਦ ਸਮਝਦੇ ਹੋਏ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਜਦੋਂ ਸੁਖਮੀਤ ਮੇਰੇ ਨਾਲ ਗੱਲ ਕਰ ਰਿਹਾ, ਸੁਖਮੀਤ ਨੇ ਜੇ ਆਪਣੇ ਆਪ ਨੂੰ ਦੱਸਣਾ ਹੋਵੇ ਕਿ ਸੁਖਮੀਤ ਸਿੰਘ ਸੱਚਲ ਕੌਣ ਹੈ, ਆਪਣੀ ਨਜ਼ਰ ਦੇ ਵਿੱਚ ਕੌਣ ਹੈ? ਮੈਂ ਕਹਾਂਗਾ ਕਿ ਬਸ ਇਨਸਾਨ ਹੈਗਾ ਜਿਹੜਾ ਸਿੱਖੀ ਦਾ, ਸੇਵਾ ਦਾ ਬਹੁਤ ਮੰਨਦਾ ਹੈ, ਅਤੇ ਆਈ ਥਿੰਕ ਉਹ ਗਾਈਡਿੰਗ ਪ੍ਰਿੰਸੀਪਲ ਹੈਗੀ ਉਹਦੇ ਜ਼ਿੰਦਗੀ ਵਿੱਚ। ਅਤੇ ਜਦੋਂ ਇਮੀਗ੍ਰੇਟ ਹੋਏ ਸੀ ਕੈਨੇਡਾ ਵਿੱਚ, ਅਤੇ ਉਹਨਾਂ ਦੇ ਪੇਰੈਂਟਸ ਨੇ ਉਹਨੂੰ ਸਿਖਾਏ ਸੀ ਚੀਜ਼ਾਂ ਕਿਹੜੀ ਇੰਪੋਰਟੈਂਟ ਹੈਗੀ ਹੈ ਜ਼ਿੰਦਗੀ ਵਿੱਚ। ਆਈ ਥਿੰਕ ਉਹ ਉਹਨੂੰ ਫੋਲੋ ਕਰਕੇ ਇੱਥੇ ਤੱਕ ਪਹੁੰਚਿਆ ਅੱਜ। ਸੋ ਇਸ ਤਰ੍ਹਾਂ ਡਿਸਕ੍ਰਾਈਬ ਕਰਾਂਗਾ। ਸੋ ਸੁਖਮੀਤ ਸਿੰਘ ਸੱਚਲ ਆਪਣੇ ਆਪ ਨੂੰ ਸਿਰਫ ਇੱਕ ਇਨਸਾਨ ਮੰਨਦਾ ਹੈ। ਸੁਖਮੀਤ, ਇਹ ਮੈਂ ਹੀ ਪਹਿਲਾ ਵਿਅਕਤੀ ਹਾਂ ਜਿਹਨੂੰ ਇਹ ਲੱਗ ਰਿਹਾ ਕਿ ਸੁਖਮੀਤ ਬਹੁਤ ਸਿਆਣਾ, ਜਾਂ ਤੁਹਾਡੇ ਪੇਰੈਂਟਸ ਵੀ ਮੰਨਦੇ ਆ, ਜਾਂ ਕੋਈ ਹੋਰ ਜਿਹੜੇ ਲੋਕ ਤੁਹਾਨੂੰ ਜਾਣਦੇ ਉਹ ਵੀ ਸੋਚਦੇ ਆ ਕਿ ਆਪਣੀ ਉਮਰ ਨਾਲੋਂ ਵੱਧ ਸਿਆਣਾ? ਯੂਜਲੀ ਸਾਰੇ ਕਹਿੰਦੇ ਆ ਮੈਨੂੰ, ਐਕਸੈਪਟ ਫॉर ਮਾਈ ਬ੍ਰਦਰ, ਲੇਕਿਨ ਉਹ ਹਮੇਸ਼ਾ ਅਸੀਂ ਜੋਕ ਕਰਦੇ ਹਾਂ, ਲੇਕਿਨ ਨਹੀਂ, ਪੇਰੈਂਟਸ ਵੀ ਸਾਰੇ ਕਹਿੰਦੇ। ਅਤੇ ਸਾਰੀ ਇੰਡੀਆ ਵਿੱਚ ਵੀ ਜਿਹੜੀ ਫੈਮਿਲੀ ਹੈਗੀ ਹੈ, ਜਿਹੜੀ ਵੀ ਕੋਈ ਮੈਨੂੰ ਮਿਲਦੇ ਕਹਿੰਦੇ ਕਿ ਜਿਹੜਾ ਵੀ ਤੂੰ ਕੰਮ ਕਰਨਾ ਹੈ ਹਮੇਸ਼ਾ ਆਪਣੇ ਦਿਲ ਨਾਲ ਕਰਨਾ ਹੈ, ਅਤੇ ਕਿਸੇ ਚੀਜ਼ ਵਾਸਤੇ ਨਹੀਂ ਕਰਦਾ, ਲੇਕਿਨ ਲੋਕਾਂ ਨੂੰ ਮਦਦ ਕਰਨ ਵਾਸਤੇ ਕਰਨਾ। ਇਹ ਸਿਆਣਪ ਆਈ ਕਿੱਥੋਂ ਹੈ? ਆਈ ਥਿੰਕ ਜਦੋਂ ਮੈਂ 5 ਸਾਲ ਦਾ ਹੈਗਾ ਸੀ, ਐਕਚੁਅਲੀ ਪਹਿਲੇ 5 ਸਾਲ ਤੋਂ ਪਹਿਲੇ ਬਹੁਤ ਸਪੋਇਲਡ ਬੱਚਾ ਸੀ। ਅੰਮ੍ਰਿਤਸਰ। What do you mean by that? Spoiled ਬੱਚਾ ਸੀ? ਸੋ ਮੈਂ ਅੰਮ੍ਰਿਤਸਰ ਵਿੱਚ ਜਨਮ ਹੋਇਆ ਸੀ, ਅਤੇ ਉੱਥੇ ਆਈ ਵਾਜ਼ ਬੋਰਨ ਇਨ ਅ ਜੁਆਇੰਟ ਫੈਮਿਲੀ। ਸੋ ਸਾਰੇ ਮੇਰੇ ਕਜ਼ਨਸ, ਮੇਰੇ ਫਾਦਰਸ ਬ੍ਰਦਰਸ, ਮਾਈ ਗ੍ਰੈਂਡ ਪੇਰੈਂਟਸ, ਸਾਰੇ ਅਸੀਂ ਇਕੱਠੇ ਰਹਿੰਦੇ ਸੀ ਅੰਮ੍ਰਿਤਸਰ ਵਿੱਚ। ਅਤੇ 5 ਸਾਲ ਤੱਕ ਜਦੋਂ ਵੀ ਮੇਰੇ ਬਰਥਡੇਜ਼ ਹੁੰਦੇ ਸੀ, ਸਾਰੇ ਆਉਂਦੇ ਸੀ, ਪ੍ਰੈਜ਼ੈਂਟਸ, ਐਵਰੀਥਿੰਗ, ਜੋ ਵੀ ਮੈਂ ਕੁਛ ਚਾਹੁੰਦਾ ਸੀ, ਮੈਨੂੰ ਕਦੀ ਨਾ ਨਹੀਂ ਕਿਹਾ ਸੀ ਕਿਸੇ ਨੇ। ਅੱਛਾ। ਲੇਕਿਨ ਮੈਂ 5 ਸਾਲ ਦਾ ਹੈਗਾ ਸੀ ਜਦੋਂ ਮੇਰੇ ਪਾਪਾ ਨੇ ਮੈਨੂੰ ਪਿੰਗਲਵਾੜਾ ਲੈ ਕੇ ਗਏ ਸੀ। ਉਹ ਉੱਥੇ ਹੈਗੀ ਹੈ ਇੱਕ ਸੰਸਥਾ ਜਿਹੜੀ ਲੋਕਾਂ ਨੂੰ ਮਦਦ ਕਰਦੀ, ਜਿਹੜੇ ਔਰਫਨਸ ਹੁੰਦੇ ਬੱਚੇ ਜਾਂ ਉਹਨਾਂ ਕੋਲ ਡਿਸੇਬਿਲਿਟੀਜ਼ ਹੁੰਦੀਆਂ, ਉਹਨਾਂ ਦੀ ਮਦਦ ਕਰਦੇ ਆ। ਸੋ ਇੱਕ ਦਿਨ ਮੇਰੇ ਬਰਥਡੇ 'ਤੇ ਪਾਪਾ ਮੈਨੂੰ ਕਹਿੰਦੇ ਕਿ ਪਾਰਟੀ ਵਾਸਤੇ ਜਾਣਾ ਤੇਰੀ। ਅੱਛਾ। ਸੋ ਆਈ ਵਾਜ਼ ਵੈਰੀ ਐਕਸਾਈਟਿਡ, ਲੇਕਿਨ ਉਹ ਮੈਨੂੰ ਪਿੰਗਲਵਾੜਾ ਲੈ ਕੇ ਗਏ ਸੀ। ਅੱਛਾ। ਅਤੇ ਉਸ ਟਾਈਮ ਵਿੱਚ ਮੈਂ ਕਿਹਾ ਪਾਪਾ ਨੂੰ ਕਿ ਇੱਥੇ ਅਸੀਂ ਕਿੱਥੇ ਆ ਗਏ? ਲਾਈਕ ਬੱਚਾ ਸਗੋਂ ਥੋੜਾ ਘਬਰਾ ਜਾਂਦਾ। 5 ਸਾਲ ਦਾ ਹੈਗਾ ਸੀ, ਲਾਈਕ ਕਿੱਥੇ ਆ ਗਿਆ? ਲਾਈਕ ਵਾਈ? ਤੁਹਾਨੂੰ ਬਿਲਕੁਲ ਤਿਆਰ ਨਹੀਂ ਉਹਨਾਂ ਨੇ ਕੀਤਾ ਪਹਿਲਾਂ? ਨੋਥਿੰਗ, ਬਸ ਉੱਥੇ ਲੈ ਕੇ ਗਏ ਸੀ, ਅਤੇ ਉੱਥੇ ਕਹਿੰਦੇ ਕਿ ਮੈਂ ਤੈਨੂੰ ਦਿਖਾਉਣਾ ਚਾਹੁੰਦਾ ਕੁਛ। ਸੋ ਮੈਂ ਅੰਦਰ ਗਏ ਸੀ, ਅਤੇ
I still remember कि 5 ਸਾਲ ਦਾ ਬੱਚਾ I still remember it. ਮੈਂ walk ਕਰ ਰਿਹਾ ਸੀ ਪਾਪਾ ਨਾਲ ਤੇ ਡਾਕਟਰ ਇੰਦਰਜੀਤ ਕੌਰ ਜਿਹੜੇ ਪਿੰਗਲਵਾੜਾ ਦੇ ਪ੍ਰੈਜ਼ੀਡੈਂਟ ਹੈਗੇ ਤੇ ਉਹ ਸਾਨੂੰ ਲੈ ਕੇ ਜਾ ਰਹੇ ਸੀ ਤੇ ਬਸ ਦਿਖਾ ਰਹੇ ਸੀ ਇਹ ਬੱਚਿਆਂ ਦੀ ਸਟੋਰੀ ਸੋ ਕੋਈ ਬੱਚੇ ਸੀ ਜਿਹੜੇ ਮੇਰੇ ਤੋਂ ਵੱਡੇ ਸੀ some were my age ਤੇ ਥੋੜ੍ਹੇ ਹੈਗੇ ਸੀ ਉਸ ਤੋਂ ਵੀ ਛੋਟੇ ਤੇ ਮੈਂ ਇੱਕ ਬੱਚਾ ਮੈਨੂੰ ਹੁਣੇ ਵੀ ਯਾਦ ਜਦੋਂ ਮੈਂ ਅੱਖਾਂ ਬੰਦ ਕਰਦਾ ਇਹ ਸੇਮ ਜਿਹੜੀ ਇਮੇਜ ਹੈਗੀ ਹੈ ਮੈਨੂੰ ਹੁਣੇ ਵੀ ਯਾਦ ਹੈਗੀ ਕਿ ਇੱਕ ਬੱਚਾ ਹੈਗੇ ਸੀ ਅਰਾਊਂਡ 5 years old as well ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇਹਨਾਂ ਦੇ ਪਿਤਾ ਮਾਤਾ ਹੈਗੇ ਨਹੀਂ ਤੇ ਉਹ ਬੱਚਾ ਦੀ ਲੱਤ ਵੀ ਇੱਕ ਹਾਫ ਕੱਟੀ ਹੋਈ ਸੀ ਸੋ ਇੱਕ ਉੱਥੇ ਡਾਕਟਰ ਹੈਗਾ ਸੀ ਜਿਹੜੀ ਉਹਦੀ ਲੱਤ ਨੂੰ ਠੀਕ ਕਰਿਆ ਸੀ ਤੇ ਉਹ ਜਿਹੜੀ ਜਿਸ ਇਮੇਜ ਹੈਗੀ ਸੀ ਉਹ ਮੇਰੀ ਹਮੇਸ਼ਾ ਲਾਈਫ ਵਿੱਚ ਮੇਰੇ ਦਿਮਾਗ ਵਿੱਚ ਰਹੀ ਹੈ ਤੇ ਉਹ ਜਿਹੜਾ ਬੈੱਡ ਵੀ ਹੈਗਾ ਸੀ ਉੱਥੇ ਉਹ ਟੁੱਟਿਆ ਹੋਇਆ ਬੈੱਡ ਹੈਗਾ ਸੀ ਜਿਹੜਾ ਵੀ ਉਹ ਲੈ ਕੇ ਆ ਸਕਦੇ ਸੀ ਕਿਉਂਕਿ ਇੰਨੇ ਜ਼ਿਆਦਾ ਬੱਚੇ ਸੀ ਤੇ ਬਸ ਇਹ ਟੁੱਟਿਆ ਜਿਹਾ ਬੈੱਡ ਹੈਗਾ ਸੀ ਤੇ ਉੱਥੇ ਇਹ ਬੱਚਾ ਲੇਟਿਆ ਹੋਇਆ ਸੀ ਲੇਕਿਨ ਉਹਦੀ ਸ਼ਕਲ ਤੇ ਸਮਾਈਲ ਹੈਗੀ ਸੀ ਜਦੋਂ ਮੈਂ ਉਹਨੂੰ ਵੇਖਿਆ ਅੱਛਾ ਸੋ ਆਈ ਥਿੰਕ ਜਿਹੜੀ ਉਹ ਮੂਮੈਂਟ ਹੈਗੀ ਸੀ ਜੇ ਉਹਨੂੰ ਹੱਸ ਕੇ ਮੇਰੇ ਨਾਲ ਗੱਲ ਕੀਤੀ ਤੇ ਉਹ ਕਦੀ ਮੈਂ ਭੁੱਲ ਨਹੀਂ ਸਕਦਾ ਕਿਉਂਕਿ ਮੈਂ ਉਸ ਟਾਈਮ ਵਿੱਚ ਵੇਖਿਆ ਕਿ ਜਿਹੜੇ ਪ੍ਰੈਜ਼ੈਂਟਸ ਹੁੰਦੇ ਗਿਫਟਸ ਹੁੰਦੇ ਕੁਛ ਵੀ ਨਹੀਂ ਹੈਗੇ ਲੇਕਿਨ ਇਹ ਬੱਚਾ ਜਿਹੜਾ ਹੁਣ ਕੁਛ ਵੀ ਨਹੀਂ ਹੈਗਾ ਇਹਦੇ ਕੋਲ ਪੇਰੈਂਟਸ ਨਹੀਂ ਹੈਗੇ ਲੱਤ ਵੀ ਨਹੀਂ ਟੁੱਟੀ ਹੋਈ ਹੈ ਤੇ ਬੈੱਡ ਵੀ ਵੇਖੋ ਜਿਹੜਾ ਹੈਗਾ ਉੱਥੇ ਲੇਕਿਨ ਫਿਰ ਵੀ ਉਹ ਖੁਸ਼ੀ ਸੀ So I think that is a moment that changed my life and I always say that ਕਿ ਉਹ ਜਿਹੜੀ moment ਹੈਗੀ ਸੀ ਜੇ ਮੇਰੇ father ਨੇ ਨਹੀਂ ਲੈ ਕੇ ਮੈਨੂੰ ਉੱਥੇ ਗਏ ਸੀ ਸ਼ਾਇਦ I might be different today you can never know ਲੇਕਿਨ ਉਹ ਜਿਹੜੀ moment ਸੀ I think ਹਮੇਸ਼ਾ ਮੇਰੀ ਜ਼ਿੰਦਗੀ ਨੂੰ ਬਦਲ ਗਈ ਸੀ ਸੁਖਮੀਤ ਤੁਸੀਂ ਡੈਡ ਨੂੰ ਪੁੱਛਿਆ ਨਹੀਂ ਕਿ ਤੁਹਾਨੂੰ ਕਿਉਂ ਲੈ ਕੇ ਗਏ ਉੱਥੇ That's actually a good question ਮੈਂ ਕਦੀ ਪੁੱਛਿਆ ਨਹੀਂ I think ਅਸੀਂ ਹਮੇਸ਼ਾ ਗੱਲ ਕਰਨੇ ਆ ਕਿ ਲਾਈਕ ਪਿੰਗਲਵਾੜਾ ਤੁਸੀਂ ਮੈਨੂੰ 5 ਸਾਲ ਤੇ ਲੈ ਕੇ ਗਏ ਸੀ ਲੇਕਿਨ ਪੁੱਛਿਆ ਨਹੀਂ ਕਿ ਕਿਉਂ ਨਹੀਂ ਲੈ ਕੇ ਗਏ ਸੋ ਆਈ ਥਿੰਕ ਦੈਟਸ ਅ ਗੁੱਡ ਕੁਐਸਚਨ ਆਈ ਸ਼ੁਡ ਆਸਕ ਹਿਮ ਦੈਟਸ ਅ ਰੀਲੀ ਗੁੱਡ ਕੁਐਸਚਨ ਕਿਉਂਕਿ ਉਹਨਾਂ ਦੀ ਮਨ 'ਚ ਕੋਈ ਇੰਟੈਂਸ਼ਨ ਤਾਂ ਜ਼ਰੂਰ ਹੋਏਗੀ ਜਿਹੜੀ ਹਾਲੇ ਤੱਕ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਐਂਡ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੰਨੇ ਛੋਟੇ ਬੱਚੇ ਦੇ ਮਨ ਦੇ ਉੱਤੇ 5 ਸਾਲ ਦੇ ਬੱਚੇ ਦੇ ਮਨ ਦੇ ਉੱਤੇ ਇਹ ਚੀਜ਼ ਅਸਰ ਕੀਤੀ ਡਾਕਟਰ ਬਣਨ ਦਾ ਤੁਸੀਂ ਕਦੋਂ ਡਿਸਾਈਡ ਕੀਤਾ ਸੇਮ ਟਾਈਮ ਜਦੋਂ ਮੈਂ 5 ਸਾਲ ਦਾ ਸੀ ਜਦੋਂ ਉਸ ਡਾਕਟਰ ਨੂੰ ਮੈਂ ਵੇਖਿਆ ਸੀ ਜਦੋਂ ਲੱਤ ਉਹਨਾਂ ਦੀ ਫਿਕਸ ਕਰ ਰਿਹਾ ਸੀ ਥਿੰਕ ਉਸ ਟਾਈਮ ਤੱਕ ਕਿ ਮੈਂ ਹਮੇਸ਼ਾ ਮੇਰੇ ਮਨ ਵਿੱਚ ਹੈਗਾ ਸੀ ਕਿ ਮੈਂ ਇਸ ਤਰ੍ਹਾਂ ਦਾ ਬੰਦਾ ਜਿਹੜੇ ਕਿਸੇ ਨੂੰ ਮਦਦ ਕਰ ਸਕਦਾ ਸੋ ਜ਼ਿੰਦਗੀ ਵਿੱਚ ਜਦੋਂ ਅਸੀਂ ਇੱਥੇ ਮੂਵ ਹੋਏ ਕੈਨੇਡਾ ਲਾਈਕ 2002 ਵਿੱਚ ਮੂਵ ਹੋਏ ਸੀ ਮਾਈ ਬ੍ਰਦਰ ਵਾਸ 11 months old my parents left everything in India dad was a full on journalist over there the bureau chief of ZTV my mom ਉਹਨਾਂ ਦੀ interior designing company ਸੀ ਉੱਥੇ ਲੇਕਿਨ ਉਹ ਸਾਰਾ ਕੁਝ ਉੱਥੇ comfortable lives living in a joint family ਸਾਰਾ ਕੁਝ ਉੱਥੇ ਛੱਡ ਕੇ ਇੱਥੇ ਆ ਗਏ ਸੀ and so I think ਜਦੋਂ ਇੱਥੇ ਆਈ ਸੀ ਉਹਨਾਂ ਦੀ struggles ਮੈਂ ਵੇਖੀ ਤੇ I realized that ਕਿ like I have to live my life to be someone that can help others and then again ਜਿਹੜੀ ਉਹ ਪਿੰਗਲਵਾੜਾ ਦੀ moment ਸੀ ਉਹ ਹਮੇਸ਼ਾ ਮੇਰੇ ਮਨ ਤੋਂ ਕਦੀ ਨਹੀਂ ਗਈ and so I think that moment plus seeing the struggles my parents faced made me go towards medicine ਸੋ ਉਹ ਜੀ ਸਿਚੁਏਸ਼ਨ ਦੇ ਵਿੱਚ ਨਾਰਮਲੀ ਦੋ ਤਰ੍ਹਾਂ ਦੇ ਰਿਐਕਸ਼ਨ ਹੋ ਸਕਦੇ ਆ ਇੱਕ ਤਾਂ ਜਿਹੜਾ ਇੰਨੀ ਛੋਟੀ ਉਮਰ ਦਾ ਬੱਚਾ ਕਵੇ ਕਿ ਨਹੀਂ ਡਰ ਜਾਂਦਾ ਕਿ ਵੀ ਮੈਂ ਇਹੋ ਜਿਹੀ ਸਿਚੁਏਸ਼ਨ ਫੇਸ ਨਹੀਂ ਕਰ ਸਕਦਾ ਵੀ ਇੱਕ ਮਨ ਦੇ ਉੱਤੇ ਡਰ ਜਿਹਾ ਇੱਕ ਤਕਲੀਫ ਜਿਹੜੀ ਆ ਉਹ ਘਰ ਜਾਂਦੀ ਆ ਪਰ ਤੁਸੀਂ ਇਹਨੂੰ ਆਪੋਜ਼ਿਟ ਲਿਆ ਕਿ ਵੀ ਹਾਂ ਜੇ ਇਹ ਤਕਲੀਫ ਹੈਗੀ ਕਿਸੇ ਦੀ ਦੂਰ ਕੀਤੀ ਜਾ ਸਕਦੀ ਹੈ ਇੱਕ ਦਿਨ ਮੈਂ ਵੀ ਡਾਕਟਰ ਬਣੂੰਗਾ ਤਾਂ ਕਿ ਕਿਸੇ ਇਹੋ ਜਿਹੇ ਲੋਕਾਂ ਦੀ ਹੈਲਪ ਕਰ ਸਕਾਂ ਹਾਂਜੀ ਜ਼ਰੂਰ ਅਮੇਜ਼ਿੰਗ ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲੇ ਨੂੰ ਮੈਂ ਹਜੇ ਤੱਕ ਦੱਸ ਨਹੀਂ ਸਕੀ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਸੁਖਮੀਤ ਸਿੰਘ ਸੱਚਲ ਹਰਪ੍ਰੀਤ ਸਿੰਘ ਹੋਣਾ ਦੇ ਬੇਟੇ ਨੇ ਦਾ ਹਰਪ੍ਰੀਤ ਸਿੰਘ ਸ਼ੋਅ ਉਹਨਾਂ ਦਾ ਚੱਲਦਾ ਹੈ ਕਾਫੀ ਸਾਲਾਂ ਤੋਂ ਉਹ ਵੀ ਕਮਿਊਨਿਟੀ ਦੇ ਵਿੱਚ ਐਕਟਿਵਲੀ ਕੰਮ ਕਰ ਰਹੇ ਆ ਸੁਖਮੀਤ ਕੀ ਹੁੰਦਾ ਕਿ ਜਿਵੇਂ ਹੁਣ ਮੈਂ ਕਹਿ ਰਹੀ ਹਾਂ ਕਿ ਹਰਪ੍ਰੀਤ ਸਿੰਘ ਹੁਣਾਂ ਦਾ ਬੇਟਾ ਕੋਈ ਟਾਈਮ ਇਸ ਤਰ੍ਹਾਂ ਦਾ ਆ ਜਾਂਦਾ ਕਿ ਜਦੋਂ ਹੁਣ ਹਰਪ੍ਰੀਤ ਹੁਣਾਂ ਨੂੰ ਲੋਕ ਮਿਲਦੇ ਹੋਣਗੇ ਕਹਿੰਦੇ ਹੋਣਗੇ ਇਹ ਸੁਖਮੀਤ ਸੱਚਲ ਦੇ ਫਾਦਰ ਆ ਹਾਂਜੀ ਹੁੰਦਾ ਇਸ ਤਰ੍ਹਾਂ ਇਟਸ ਫਨੀ ਕਿ ਹੁਣ ਚੇਂਜ ਹੋ ਗਿਆ ਕਦੀ ਜਦੋਂ ਅਸੀਂ ਛੋਟੇ ਹੁੰਦੇ ਸੀ ਮੀ ਐਂਡ ਮਾਈ ਬ੍ਰਦਰ ਜਦੋਂ ਵੀ ਅਸੀਂ ਸਕੂਲ ਜਾਂਦੇ ਸੀ ਸਾਰੇ ਮੈਨੂੰ ਲਾਈਕ ਦੇ ਨਿਊ ਮੀ ਕਿਉਂਕਿ ਦੇ ਵਰ ਲਾਈਕ ਓ ਹਿਸ ਫਾਦਰ ਇਜ਼ ਅ TV ਫਿਗਰ ਆਮਨੀ ਤੇ ਪਹਿਲੇ ਜਦੋਂ ਕੰਮ ਕਰਦੇ ਸੀ ਜਾਂ ਰੇਡੀਓ ਸਟੇਸ਼ਨਸ ਤੇ ਸਾਰੇ ਉਹਨਾਂ ਨੂੰ ਜਾਣਦੇ ਸੀ ਤੇ ਹੁਣੇ ਵੀ ਜਾਣਦੇ ਲੇਕਿਨ ਹੁਣ ਆਈ ਥਿੰਕ ਜਿਹੜੇ ਉਹਨਾਂ ਨੇ ਲੀਡਰਸ਼ਿਪ ਸਕਿੱਲਸ ਸਾਨੂੰ ਸਿਖਾਇਆ ਮੈਨੂੰ ਤੇ ਮੇਰੇ ਬ੍ਰਦਰ ਨੂੰ ਸਾਡੀ ਪਬਲਿਕ ਸਪੀਕਿੰਗ ਸਕਿੱਲਸ
ਆਈ ਥਿੰਕ ਅਸੀਂ ਸਾਰੀ ਉਹਨਾਂ ਕੋਲੋਂ ਸਿੱਖੀਏ ਜਦੋਂ ਅਸੀਂ ਉਹਨਾਂ ਨੂੰ ਟੀਵੀ ਤੇ ਵੇਖਦੇ ਸੀ ਜਾਂ ਕਿੱਥੇ ਵੀ ਕਮਿਊਨਿਟੀ ਵਿੱਚ ਹਮੇਸ਼ਾ ਉਹ ਕੰਮ ਕਰਦੇ ਹੈ ਸੋ ਆਈ ਥਿੰਕ ਉਹ ਜਦੋਂ ਐਜ਼ ਵੀਵ ਗਰੋਨ ਅਪ ਇਨ ਕੈਨੇਡਾ ਉਹਨਾਂ ਨੂੰ ਵੇਖਿਆ ਸਾਰੀਆਂ ਚੀਜ਼ਾਂ ਕਰਕੇ ਆਈ ਥਿੰਕ ਦੈਟਸ ਵਾਈ ਵੀ ਆਰ ਦ ਵੇ ਵੀ ਆਰ ਟੁਡੇ ਲੇਕਿਨ ਇਟ ਇਜ਼ ਫਨੀ ਜਦੋਂ ਵੀ ਅਸੀਂ ਹੁਣ ਕਿੱਥੇ ਵੀ ਜਾਂਦੇ ਹਾਂ ਲਾਈਕ ਉਸ ਦਿਨ ਮੈਂ ਕੰਮ ਕਰ ਰਿਹਾ ਸੀ ਵੈਕਸੀਨ ਸੈਂਟਰ ਵਿੱਚ ਲੋਕਾਂ ਨੂੰ ਇਮਿਊਨਾਈਜੇਸ਼ਨ ਦੇ ਰਿਹਾ ਸੀ ਕੋਵਿਡ ਦੀ ਵੈਕਸੀਨ ਅਤੇ ਉੱਥੇ ਲੋਕ ਮੈਨੂੰ ਆਏ ਸੀ ਅਤੇ ਮੈਨੂੰ ਪਛਾਣ ਲੱਗੇ ਕਿ ਤੁਸੀਂ ਸੁਖਮੀਤ ਹੈਗੇ ਹੋ ਐਂਡ ਯੂਰ ਡੈਡ ਇਜ਼ ਹਰਪ੍ਰੀਤ ਐਂਡ ਸੋ ਇਟ ਵਾਜ਼ ਇੰਟਰਸਟਿੰਗ ਕਿ ਪਹਿਲੇ ਦੇ ਰੈਕਗਨਾਈਜ਼ ਮੀ ਐਂਡ ਦੈਨ ਮਾਈ ਡੈਡ ਆਫਟਰ ਸੋ ਆਈ ਮੀਨ ਇਟਸ ਅ ਵੈਰੀ ਹੰਬਲਿੰਗ ਐਕਸਪੀਰੀਅੰਸ ਕਿ seeing him as a community figure and now we're transitioning to try to do work for the community as well. Honestly ਦੱਸੋ ਕਿਹੜੀ ਆਇਡੈਂਟੀਟੀ ਬੈਟਰ ਲੱਗਦੀ ਹੈ ਹਰਪ੍ਰੀਤ ਸਿੰਘ ਦੇ ਬੇਟੇ ਦੀ ਜਾਂ ਜਦੋਂ ਇਹ ਕਹਿੰਦੇ ਆ ਕਿ ਵੀ ਸੁਖਮੀਤ ਸਚਲ ਦੇ ਫਾਦਰ ਨੇ ਹਰਪ੍ਰੀਤ ਸਿੰਘ I think they're both very interesting and both are very different feelings kyunki I think of course I'm always proud of my dad that we are the reason we are kyunki the sacrifices that he made in his life, the sacrifices my mom made in her life to move to Canada, to a new world, ਸਾਡੀ ਜ਼ਿੰਦਗੀ ਵਾਸਤੇ ਲਾਈਕ ਮੇਰੀ ਅਤੇ ਮੇਰੇ ਬ੍ਰਦਰ ਵਾਸਤੇ ਓਪਰਚੁਨਿਟੀਜ਼ ਜਿਹੜੀ ਪ੍ਰੋਵਾਈਡ ਕੀਤੀਆਂ ਮੈਂ ਆਈ ਡੋਂਟ ਥਿੰਕ ਕਿ ਜੇ ਅਸੀਂ ਇੰਡੀਆ ਵਿੱਚ ਹੁੰਦੇ ਹੋਣੇ ਸੇਮ ਓਪਰਚੁਨਿਟੀ ਸਾਨੂੰ ਮਿਲਣੀਆਂ ਸੀ ਸੋ ਆਈ ਥਿੰਕ ਆਈ ਐਮ ਆਲਵੇਜ਼ ਪ੍ਰਾਊਡ ਜਦੋਂ ਵੀ ਕੋਈ ਮੈਨੂੰ ਹਰਪ੍ਰੀਤ ਸਿੰਘ ਦਾ ਬੇਟੇ ਕਹਿੰਦੇ ਕਿ ਆਈ ਐਮ ਆਲਵੇਜ਼ ਪ੍ਰਾਊਡ ਆਫ ਦੈਟ ਐਂਡ I think the happiness I see on their faces when people recognize me for who I am and then they associate my parents after, I think that's a different feeling for them. They feel proud ki assi hun kuch kam kita hai community de vich te hun tonu apne aap vaste recognize karen. So I think it's a beautiful feeling either way. That's great. Yeah. ਥੋੜ੍ਹਾ ਜਿਹਾ ਮੈਂ ਚਾਹੁੰਦੀ ਹਾਂ ਆਪਣੀ ਜਰਨੀ ਤੁਸੀਂ ਆਪਣੇ ਸੁਣਨ ਵਾਲਿਆਂ ਦੇ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੀ ਜ਼ੁਬਾਨੀ ਸਾਂਝੇ ਕਰੋ ਮੈਂ ਨਹੀਂ ਦੱਸਣਾ ਚਾਹੁੰਦੀ ਕਿ ਤੁਸੀਂ ਕਦੋਂ ਇੱਥੇ ਆਏ ਉਦੋਂ ਥੋੜ੍ਹਾ ਜਿਹਾ ਆਈਡੀਆ ਮੈਨੂੰ ਹੈ ਪਰ ਕਿਉਂਕਿ ਅੱਜ ਫਸਟ ਹੈਂਡ ਇਨਫੋਰਮੇਸ਼ਨ ਤੁਹਾਡੇ ਕੋਲੋਂ ਲੈਣੀ ਆ ਜੇ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਕਦੋਂ ਕੈਨੇਡਾ ਆਏ ਅਤੇ ਕਿੱਥੇ ਕਿੱਥੇ ਪੜ੍ਹਾਈ ਕੀਤੀ ਕੀ ਤੁਸੀਂ ਹੁਣ ਤੱਕ ਐਜੂਕੇਸ਼ਨ ਦੇ ਸੈਕਟਰ 'ਚ ਕਰ ਚੁੱਕੇ ਹੋ ਸ਼ੋਰ ਸੋ ਅਸੀਂ 2002 ਵਿੱਚ ਆਈ ਸੀ ਸਰੀ ਦੇ ਵਿੱਚ ਅੰਮ੍ਰਿਤਸਰ ਤੋਂ ਅਤੇ ਇੱਥੇ ਆ ਕੇ ਫਿਰ ਮੈਂ ਆਪਣੀ ਸਕੂਲਿੰਗ ਕੀਤੀ ਸੀ ਸਾਰੀ ਪਹਿਲੇ ਮੈਂ ਐਲੀਮੈਂਟਰੀ ਸਕੂਲ ਵਿੱਚ ਹੈਗਾ ਸੀ ਅਤੇ ਉੱਥੇ ਆਈ ਫੇਸਡ ਅ ਲੋਟ ਆਫ ਬੁਲਿੰਗ I was bullied a lot. ਉਸ ਟਾਈਮ ਇੰਡੀਅਨ ਐਕਸੈਂਟ ਹੈਗਾ ਸੀ ਅਤੇ ਜਿਹੜੇ ਮੈਂ ਖਾਣਾ ਵੀ ਲੈ ਕੇ ਜਾਂਦਾ ਸੀ ਸਕੂਲ ਪਰਾਂਠੀਜ਼ ਐਂਡ ਐਵਰੀਥਿੰਗ ਲੋਕ ਉੱਥੇ ਮੇਰੇ ਬੱਚੇ ਜਿਹੜੇ ਹੈਗੇ ਸੀ ਉਹ ਮੇਰੇ ਮਜ਼ਾਕ ਉਡਾਉਂਦੇ ਸੀ ਲੇਕਿਨ ਫਨੀ ਥਿੰਗ ਇਜ਼ ਜਿਹੜੇ ਵੀ ਲੋਕ ਹੈਗੇ ਸੀ ਜਿਹੜੇ ਮੇਰੇ ਮਜ਼ਾਕ ਉਡਾਉਂਦੇ ਸੀ ਉਹ ਪੰਜਾਬੀ ਹੈਗੇ ਸੀ ਅੱਛਾ ਇੱਥੋਂ ਦੀ ਬੱਚੇ ਜਿਹੜੇ ਪੰਜਾਬੀ ਸੀ ਸੋ ਆਈ ਥਿੰਕ that was a very interesting point in my life ਕਿਉਂਕਿ ਮੇਰੇ ਪਾਪਾ ਮੰਮੀ ਹਮੇਸ਼ਾ ਕਹਿੰਦੇ ਸੀ ਕਿ ਕੈਨੇਡਾ will provide you with all these opportunities ਕੈਨੇਡਾ ਹੈਗਾ ਬਹੁਤ ਜਿਹੜੀ ਓਪਨ ਜਗ੍ਹਾ ਹੈਗੀ ਜਿਹੜੇ ਉੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ ਸਾਰੇ ਬਿਲੋਂਗ ਕਰਦੇ ਲੇਕਿਨ ਇਹ ਮੈਂ ਐਕਸਪੀਰੀਅੰਸ ਨਹੀਂ ਕੀਤਾ ਸੀ ਜਦੋਂ ਮੈਂ ਆਇਆ ਸੀ ਜਦੋਂ ਇੰਡੀਆ ਛੱਡਿਆ ਸੀ ਉਦੋਂ ਕਿਹੋ ਜਿਹੇ ਇਮੋਸ਼ਨ ਸੀ Yeah, I was very sad ਕਿਉਂਕਿ ਉੱਥੇ ਮੇਰੇ ਸਾਰੇ ਦੋਸਤ ਹੈਗੇ ਸੀ ਜਿਹੜੇ ਕਲਾਸਿਸ ਵਿੱਚ ਸਾਰੇ ਮੈਨੂੰ ਜਾਣਦੇ ਸੀ ਉੱਥੇ ਫੈਮਿਲੀ ਵੀ ਹੈਗੀ ਸੀ ਮੇਰੇ ਕਜ਼ਨ ਸਾਰੇ ਜਿਹੜੇ ਮੇਰੇ ਏਜ ਦੇ ਹੈਗੇ ਦਾਦਾ ਦਾਦੀ ਮਾਂ ਸਾਰੇ ਹੈਗੇ ਸੀ ਐਂਡ ਇੱਥੇ ਆ ਕੇ ਲਾਈਕ ਪਹਿਲੇ ਮੈਨੂੰ ਪਤਾ ਨਹੀਂ ਸੀ ਕਿ ਕਿਉਂ ਅਸੀਂ ਆ ਰਹੇ ਹਾਂ ਹਮੇਸ਼ਾ ਲਾਈਕ ਆਈ ਆਲਵੇਜ਼ ਆਸਕਡ ਕਿ ਕਿਉਂ ਆਇਆ ਐਂਡ ਪਾਪਾ ਮੰਮੀ ਹਮੇਸ਼ਾ ਕਹਿੰਦੇ ਇਟਸ ਫॉर योर ਬੈਟਰਮੈਂਟ ਫॉर योर ਬ੍ਰਦਰਸ ਬੈਟਰਮੈਂਟ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਹੋਏਗੀ ਇੱਥੇ ਉਸ ਤੋਂ ਬੈਟਰ ਹੋਏਗੀ ਅਤੇ ਜਿਹੜੀ ਓਪਰਚੁਨਿਟੀਜ਼ ਸੋ ਆਈ ਥਿੰਕ ਦੋਜ਼ ਵਰ ਦ ਰੀਜ਼ਨਸ ਐਂਡ ਆਈ ਵਾਜ਼ ਓਕੇ ਵਿਦ ਇਟ ਪਹਿਲੇ ਠੀਕ ਸੀ ਪਹਿਲੇ ਐਕਸਾਈਟਮੈਂਟ ਹੁੰਦਾ ਨਾ ਜਦੋਂ ਪਲੇਨ ਵਿੱਚ ਤੁਸੀਂ ਜਾਣਾ ਹੈ ਕਿੱਥੇ ਜਿਹੜੇ ਬੱਚੇ ਹੁੰਦੇ ਯੂ ਫੀਲ ਐਕਸਾਈਟਿਡ ਐਂਡ ਸੋ ਆਈ ਥਿੰਕ that excitement carried over. ਅਸਲ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਹੈ ਨਾ ਜਦੋਂ ਤੁਸੀਂ ਸਕੂਲ ਜਾਣਾ ਸ਼ੁਰੂ ਕਰਦੇ ਹੋ ਫਿਰ ਉੱਥੇ ਜਿਹੜਾ ਤੁਹਾਡਾ ਸਾਹਮਣਾ ਹੋਇਆ ਇਹ ਵੀ ਹੁੰਦਾ ਕਿ ਜਦੋਂ ਨਵੀਂ ਥਾਂ 'ਤੇ ਜਾਂਦੇ ਹੋ ਤੁਸੀਂ ਚਾਹੁੰਦੇ ਹੋ ਕਿ ਆਪਣੇ ਵਰਗੇ ਕੁਝ ਲੋਕਾਂ ਦੇ ਨੇੜੇ ਤੁਸੀਂ ਰਹੋ ਤੁਸੀਂ ਥੋੜ੍ਹਾ ਸੇਫ ਮਹਿਸੂਸ ਕਰਦੇ ਹੋ ਲੱਗਦਾ ਕਿ ਆਪਣੀ ਬੋਲੀ ਆਪਣਾ ਕਲਚਰ ਇਹ ਸਾਰੀਆਂ ਚੀਜ਼ਾਂ ਸਮਝਦੇ ਹੋਣਗੇ ਪਰ ਦੈਟਸ ਵੈਰੀ ਸਰਪ੍ਰਾਈਜ਼ਿੰਗ ਫੈਕਟ ਤੁਸੀਂ ਦੱਸ ਰਹੇ ਹੋ ਕਿ ਮੇਰੀ ਬੁਲਿੰਗ ਹੋਈ ਔਰ ਉਹ ਵੀ ਪੰਜਾਬੀ ਓਰੀਜਨ ਦੇ ਬੱਚਿਆਂ ਨੇ ਕੀਤੀ ਸੋ ਇਹ ਜਿਹੜੀ ਬੁਲਿੰਗ ਹੋਈ ਸੀ ਇਹ ਇੱਕ ਸਾਲ ਲਾਸਟ ਕੀਤੀ ਸੀ ਅਤੇ ਆਈ ਰਿਮੈਂਬਰ ਕਿ ਐਕਚੁਅਲੀ ਜਸਟ ਅ ਫਿਊ ਡੇਜ਼ ਅਗੋ ਮੈਂ ਆਪਣੀ ਇਹ ਸਟੋਰੀ ਸੇਮ ਦੱਸ ਰਿਹਾ ਸੀ ਆਪਣੇ ਪੇਰੈਂਟਸ ਨੂੰ ਬਿਕਾਜ਼ ਆਈ ਡੋਂਟ ਥਿੰਕ ਆਈ ਐਵਰ ਟੋਲਡ ਦੈਮ ਲੇਕਿਨ ਦੇਰ ਵਾਜ਼ ਅ ਕਿਡ ਹੂ ਗਾਟ ਅ ਸੌਕਰ ਬਾਲ ਐਂਡ ਥਰੂ ਇਟ ਔਨ ਮਾਈ ਫੇਸ ਅੱਛਾ ਯਾ ਐਂਡ ਉਸ ਟਾਈਮ ਵਿੱਚ ਜਿਹੜੀ ਮੇਰੀ ਇੰਗਲਿਸ਼ ਵੀ ਸੀ ਅੱਛੀ ਨਹੀਂ ਸੀ ਸੋ ਜਦੋਂ ਇਹਨੇ ਮੇਰੇ ਮੂੰਹ 'ਤੇ ਮਾਰਿਆ ਸੀ ਮੈਂ ਜਿਹੜੀ ਉਹ ਸੁਪਰਵਾਈਜ਼ਰ ਹੁੰਦੀ ਸੀ ਲੰਚ ਟਾਈਮ ਉਹ ਮੇਰੇ ਕੋਲ ਆਈ ਕਹਿੰਦੀ ਠੀਕ ਹੈ ਐਂਡ ਆਈ ਵਾਜ਼ ਲਾਈਕ ਨਹੀਂ ਉਹਨੇ ਮੈਨੂੰ ਮਾਰਿਆ
ਤੇ ਉਹ ਕਹਿੰਦੀ is this by accident or by purpose? ਅੱਛਾ So now I know the meanings of them. हाँ. Like accident is like, you know, it was by accident, like कोई ਗੱਲ ਨਹੀਂ. लेकिन purpose is like ਉਹਨੇ intentionally ਮੈਨੂੰ ਮਾਰਿਆ ਸੀ. ਪਰ ਤੁਸੀਂ ਇਹ ਦੇਖੋ ਕਿ ਇੰਪ੍ਰੈਸ਼ਨ ਕਿੰਨੇ ਡੀਪ ਰਹਿੰਦੇ Yeah, ਆ ਕਿ ਹੁਣੇ ਤੱਕ ਮੈਨੂੰ ਯਾਦ ਹੈ. ਤੁਹਾਨੂੰ ਯਾਦ ਆ Yeah. So ਉਸ ਟਾਈਮ ਜਦੋਂ ਇੰਡੀਆ ਤੋਂ ਆਇਆ ਸੀ ਮੈਨੂੰ ਐਕਸੀਡੈਂਟ ਲੱਗਿਆ ਕਿ you know ਜਦੋਂ ਕਾਰ ਵੱਜਦੀ ਹੈ ਕੁਝ ਖਤਰਨਾਕ ਹੁੰਦਾ. ਵੀ ਐਕਸੀਡੈਂਟ ਉਹ ਚੀਜ਼ ਹੁੰਦਾ ਹੈ Yeah, not purpose. हाँ. So ਮੈਂ ਉਹਨੂੰ ਕਿਹਾ ਸੀ ਕਿ By accident. accident ਕਰੇ ਕਿ ਨੇ so then she was like okay that's fine ਕਿਉਂਕਿ then. ਤੁਹਾਨੂੰ ਉਦੋਂ ਸ਼ਬਦਾਂ ਦਾ ਮੀਨਿੰਗ ਨਹੀਂ ਨਹੀਂ ਪਤਾ ਸੀ। ਐਗਜ਼ੈਕਟਲੀ ਨਹੀਂ ਸੀ ਪਤਾ ਕਿ ਐਕਸੀਡੈਂਟ ਦਾ ਮਤਲਬ ਇਹੀ ਹੁੰਦਾ ਜਿਹੜਾ ਸੜਕ ਦੇ ਉੱਤੇ ਕੋਈ Yeah. ਹਾਦਸਾ ਹੋ ਜਾਂਦਾ ਕੋਈ ਕ੍ਰੈਸ਼ ਹੋ ਜਾਂਦਾ Yes. ਦੈਟਸ ਐਨ ਐਕਸੀਡੈਂਟ ਇਹ ਵੀ ਐਕਸੀਡੈਂਟ ਹੀ ਹੋ ਸਕਦਾ Exactly. So ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਕਹਿੰਦੀ ਕਿ ਕੋਈ ਗੱਲ ਨਹੀਂ ਫਿਰ ਉਹਨੇ you know by accident ਮਾਰਿਆ. I was like ਹੈ ਇੱਥੇ ਤੇ ਇਹਨਾਂ ਨੇ ਕੁਝ Accident ਕਿਹਾ ਮਾਫ਼ ਹੋ ਗਿਆ। ਮਾਫ ਹੋ ਗਿਆ ਇਹਨਾਂ ਨੇ ਕੁਝ ਕਿਹਾ ਵੀ ਨਹੀਂ ਕਿ ਇਹਨੇ ਮੇਰੇ ਮੂੰਹ ਤੇ ਮਾਰਿਆ ਤੇ ਮੇਰਾ ਖੂਨ ਆ ਰਿਹਾ ਸੀ ਤੇ ਕੁਝ ਵੀ ਨਹੀਂ ਕਿਹਾ. ਸੋ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਪਰਪਸ ਕੀ ਹੁੰਦਾ ਤੇ ਐਕਸੀਡੈਂਟ ਕੀ ਹੋਇਆ. लेकिन bullying फिर भी शुरू it kept going on for a few more months. ਕਿੱਦਾਂ ਡੀਲ ਕੀਤਾ ਤੁਸੀਂ ਕਿ ਹੁਣੇ ਮੈਂਸ਼ਨ ਕੀਤਾ ਮੈਂ ਘਰ ਵੀ ਨਹੀਂ ਸੀ ਦੱਸਦਾ Yeah, so ਪਹਿਲੇ ਮੈਂ incident ਨਹੀਂ ਦੱਸੀ ਸੀ ਲੇਕਿਨ ਮੇਰੇ ਭੂਆ ਜੀ ਦੇ daughter and son ਇੱਥੇ ਦੇ ਜੰਮੇ ਹੋਏ ਹੈ. So I told them about it. And ਉਹ ਮੇਰੇ ਸਕੂਲ ਗਏ ਸੀ ਮੇਰੇ ਨਾਲ ਤੇ ਪ੍ਰਿੰਸੀਪਲ ਨਾਲ ਗੱਲ ਕੀਤੀ ਸੀ ਕਿ this is how he's going through this ਤੇ ਇਹਨੂੰ support ਚਾਹੀਦਾ ਹੈ ਤੇ get through this. And so I think that really helped because then Jada principal see us time da, and I still keep in touch with him till today. Wow. On Facebook, he always comments on all my posts and everything. Mr. Rogers. Acha. They menu kende si ki you're destined for greatness. That's what he used to tell me then. He saw that Papa created a scrapbook of all my report cards, everything in India, and he brought it here. So we gave it to him and he's like, you should not be even in this class. You should be one ahead of this class. ठीक है. They hamesha mainu kende si ki if this is all the stuff you've already accomplished by the time you're in grade 3, I can't even imagine what you're going to do in the future. And so I think ਜਿਹੜੀ ਉਹਨਾਂ ਨੇ ਮੈਨੂੰ positive reinforcement ਦਿੱਤੀ ਸੀ, I will always remember it. I'm always grateful for it ਕਿਉਂਕਿ ਉਹਨਾਂ ਨੇ ਮੇਰੇ ਵਿੱਚ believe ਕੀਤਾ ਸੀ. And after that, when I moved on to the next class, I was not bullied anymore. All the kids were accepting of me, and I think I worked on myself as well. I improved my public speaking skills, ਜਿਹੜੇ ਮੇਰੇ English speaking skills ਸੀ ਉਹਨਾਂ ਨੇ ਮੈਨੂੰ ESL ਵਿੱਚ ਪਾਇਆ ਹੋਇਆ ਸੀ ਜਿਹੜੇ English a second language. So ਉੱਥੇ ਮੈਂ extra classes ਲੈਂਦਾ ਸੀ ਕਿ ਆਪਣੀ English improve ਕਰਾਂ. So all these things I did at such a young age to try to improve on myself. And one thing I still remember ਕਿ ਜਦੋਂ ਵੀ ਮੈਨੂੰ opportunity ਆਈ ਸੀ ਜੇ ਟੀਚਰ ਪੁੱਛਦੀ ਸੀ ਕਿ ਕਿਹੜੇ ਬੱਚੇ ਨੇ ਇਸ ਕਲਾਸ ਵਿੱਚ ਸਕੂਲ ਦੇ ਅੱਗੇ ਅਸੈਂਬਲੀ ਵਿੱਚ ਤੁਸੀਂ ਬੋਲਣਾ ਹੈ. ਅੱਛਾ. I was always the first one to put my hand up. I knew I would be made fun of. I knew ਕਿ ਜਿਹੜੇ ਬੱਚੇ ਸੀ ਮੇਰੇ ਤੇ ਹੱਸਣਗੇ ਲੇਕਿਨ ਮੈਂ ਫਿਰ ਵੀ ਨਹੀਂ ਮਾਈਂਡ ਕੀਤਾ ਕਿਉਂਕਿ I was like, you know what, these are opportunities for me to build on myself. So every time I would always put my hand up and I would practice whenever there was a school assembly ਕਿ ਮੈਂ ਅੱਗੇ ਜਾ ਕੇ ਮੈਂ ਬੋਲਣਾ ਜਿਹੜੀ ਵੀ ਮੇਰੀ ਟੁੱਟੀ ਹੈਗੀ ਹੈ ਇੰਗਲਿਸ਼ ਉਹਦੇ ਵਿੱਚ ਬੋਲਣਾ ਕਿ ਐਸੇ ਕਾਰਨ ਮੈਂ ਇੰਪਰੂਵ ਹੋ ਸਕਦਾ. ਉਸ ਤੋਂ ਬਾਅਦ ਕਿਉਂਕਿ ਅਸੀਂ ਘਰ ਮੂਵ ਕੀਤਾ ਤੇ ਉੱਥੇ ਐਕਚੁਅਲੀ ਮੈਂ ਠੀਕ ਸੀ ਕੋਈ ਬੁਲਿੰਗ ਨਹੀਂ ਸੀ ਲੇਕਿਨ ਮੈਂ ਆਪਣੇ ਗ੍ਰੇਡ 7 ਦੇ ਵਿੱਚ ਇਹ ਸਟੋਰੀ ਵੀ ਨਹੀਂ ਮੈਨੂੰ ਪਤਾ ਸੀ ਪਹਿਲੇ until ਮੈਂ ਹਾਈ ਸਕੂਲ ਖਤਮ ਕੀਤੀ ਸੀ ਤੇ ਮੈਂ ਆਪਣੇ ਐਲੀਮੈਂਟਰੀ ਸਕੂਲ ਵਾਪਸ ਗਿਆ ਉਹਨਾਂ ਨੂੰ ਬਸ ਥੈਂਕ ਯੂ ਕਹਿਣਾ ਸੀ ਕਿ ਮੈਂ ਹੁਣ ਮੂਵ ਕਰ ਰਿਹਾ ਯੂਨੀਵਰਸਿਟੀ. ਤੇ ਉਹ ਮੈਨੂੰ ਟੀਚਰ ਕਹਿੰਦੀ ਸੀ ਕਿ ਜਦੋਂ ਤੂੰ ਗ੍ਰੇਡ 7 ਦੇ ਵਿੱਚ ਹੈਗਾ ਸੀ ਤੂੰ ਯੂ ਨੋਟਿਸ ਕਿ ਜਿਹੜੇ ਇੰਡੀਜਨਸ ਸਟੂਡੈਂਟਸ ਹੈਗੇ ਸੀ ਤੇਰੇ ਕਲਾਸ ਵਿੱਚ ਉਹਨਾਂ ਦੀ ਬੁਲਿੰਗ ਹੋ ਰਹੀ ਸੀ ਤੇ ਤੂੰ ਉਹ ਰੋਕਿਆ ਸੀ ਕਿਉਂਕਿ ਆਈ ਨਿਊ ਕਿ ਜਦੋਂ ਮੈਂ ਫੀਲਿੰਗ ਕੀਤੀ ਸੀ ਜਦੋਂ ਮੈਂ ਬੁਲਿੰਗ ਹੋ ਰਿਹਾ ਸੀ ਮੇਰੀ ਹੋ ਰਹੀ ਸੀ ਬੁਲਿੰਗ I didn't want them to feel the same thing. So ਮੈਂ ਸਕੂਲ ਦਾ ਪਹਿਲਾ ਪਾਵਰ ਡਾਂਸ ਕੀਤਾ ਸੀ ਸ਼ੁਰੂ ਸਕੂਲ ਦੇ ਵਿੱਚ ਇਹ ਜਿਹੜਾ ਇੰਡੀਜਨਸ ਡਾਂਸ ਹੁੰਦਾ ਤੇ ਟੀਚਰ ਮੈਨੂੰ ਕਹਿੰਦੀ ਸੀ ਕਿ are you sure you want to do this ਤੇ ਮੈਂ ਕਿਹਾ yes I want to do this ਕਿਉਂਕਿ ਸਾਰਿਆਂ ਨੂੰ ਪਤਾ ਚੱਲਣਾ ਚਾਹੀਦਾ ਕਿ ਇੰਡੀਜਨਸ ਲੋਕ ਕੌਣ ਹੈਗੇ ਉਹਨਾਂ ਦੀ ਲੈਂਡ ਵਿੱਚ ਅਸੀਂ ਰਹਿ ਰਹੇ ਹਾਂ. ਸੋ ਮੇਰੇ ਸਾਰੇ ਬੱਚਿਆਂ ਨੂੰ ਮੈਂ ਸਿਖਾਉਣਾ ਸੀ ਅਗੇਨ ਗ੍ਰੇਡ 7 ਦੇ ਵਿੱਚ ਤੇ ਅਸੀਂ ਸਕੂਲ ਦੇ ਵਿੱਚ ਅਸੈਂਬਲੀ ਕੀਤੀ ਸੀ ਤੇ ਪਹਿਲੇ ਮੈਂ ਹੀ ਹੈਗਾ ਸੀ ਜਿਹੜੇ ਇੰਡੀਜਨਸ ਸਟੂਡੈਂਟਸ ਨਾਲ ਡਾਂਸ ਕਰ ਰਿਹਾ ਸੀ ਲੇਕਿਨ ਐਂਡ ਆਫ ਦੀ ਅਸੈਂਬਲੀ ਸਾਰਾ ਸਕੂਲ ਆਪਣੇ ਉੱਠ ਕੇ ਸਾਰੇ ਡਾਂਸ ਕਰ ਰਹੇ ਸੀ ਇਸ ਅਸੈਂਬਲੀ ਦੇ ਵਿੱਚ ਤੇ ਐਟ ਦੀ ਮੋਮੈਂਟ ਮੈਨੂੰ ਪਤਾ ਵੀ ਨਹੀਂ ਸੀ ਕਿ ਕਿੰਨੀ ਪਾਵਰਫੁਲ ਹੋਏਗੀ ਲੇਕਿਨ ਜਦੋਂ ਫਿਰ ਮੈਂ ਵਾਪਸ ਆਇਆ ਸੀ ਨਾ ਐਲੀਮੈਂਟਰੀ ਸਕੂਲ ਹਾਈ ਸਕੂਲ ਤੋਂ ਖਤਮ ਕਰਕੇ
ਮੇਰੀ ਟੀਚਰ ਕਹਿੰਦੀ ਸੀ ਕਿ ਜਦੋਂ ਤੂੰ ਗਿਆ ਸੀ ਉਸ ਤੋਂ ਬਾਅਦ ਅਸੀਂ ਫਰੈਂਡਸ਼ਿਪਸ ਕਲੱਬ ਆਪਣੇ ਸਕੂਲ ਦੇ ਵਿੱਚ ਸ਼ੁਰੂ ਕੀਤਾ ਸੀ ਇਨ ਆਨਰ ਆਫ ਯੂ ਕਿ ਉਸ ਤੋਂ ਬਾਅਦ ਇਹ ਜਿਹੜੇ 5 ਸਾਲ ਤੂੰ ਹਾਈ ਸਕੂਲ ਵਿੱਚ ਹੈਗਾ ਸੀ ਉਸ ਟਾਈਮ ਦੇ ਵਿੱਚ ਅਸੀਂ ਐਵਰੀ ਈਅਰ ਆਰਗੇਨਾਈਜ਼ ਕੀਤਾ ਸੀ ਇਹ ਡਾਂਸ ਤੇ ਜਿਹੜੀ ਬੁਲਿੰਗ ਹੈਗੀ ਸੀ ਇੰਡੀਜਨਸ ਲੋਕਾਂ ਦੀ ਜਾਂ ਪੰਜਾਬੀ ਲੋਕਾਂ ਦੀ ਇਹ ਖਤਮ ਹੋ ਗਈ ਸੀ ਕਿਉਂਕਿ ਇਹ ਕਲੱਬ ਹੈਗਾ ਸੀ ਹੁਣ ਤੇ ਇਹ ਸਾਰਿਆਂ ਨੂੰ ਸਿਖਾ ਰਹੇ ਸੀ ਕਿ ਅਸੀਂ ਕਿਉਂ ਸਾਰਿਆਂ ਨਾਲ ਅਸੀਂ ਫਰੈਂਡਸ਼ਿਪ ਹੋਣੀ ਚਾਹੀਦੀ ਹੈ ਐਂਡ ਵਾਈ ਇਟਸ ਇੰਪੋਰਟੈਂਟ ਟੂ ਰੈਕਗਨਾਈਜ਼ ਕਿ ਅਸੀਂ ਸਾਰੇ ਡਿਫਰੈਂਟ ਹੈਗੇ ਹਾਂ ਲੇਕਿਨ ਐਟ ਦੀ ਐਂਡ ਆਫ ਦ ਡੇ ਵੀ ਆਰ ਅਗੇਨ ਆਲ ਹਿਊਮਨ ਯੂ ਨੋ ਪਰ ਜਦੋਂ ਹੁਣ ਤੁਸੀਂ ਇੰਡੀਜਨਸ ਬੱਚਿਆਂ ਦੀ ਗੱਲ ਕਰ ਰਹੇ ਹੋ ਹੁਣ 2 ਦਿਨ ਪਹਿਲਾਂ ਕਿੰਨੀ ਵੱਡੀ ਖਬਰ ਆਈ ਹੈ ਨਾ ਲਾਸਟ ਵੀਕ ਉਹ ਸੁਣ ਕੇ ਕਿਵੇਂ ਲੱਗਾ ਤੁਹਾਨੂੰ It's very tough. ਅੱਜ ਮੈਂ orange ਵੀ ਪਾਇਆ ਉਹਨਾਂ ਦੀ honor ਦੇ ਵਿੱਚ so it's very tough to hear that ਲੇਕਿਨ ਇਹ ਜਿਹੜਾ ਅਸੀਂ ਕੰਮ ਕਰ ਰਹੇ break the divide ਜਿਹੜੇ ਮੈਂ ਬਾਅਦ ਚੋਂ ਵੀ ਦੱਸ ਸਕਦਾ ਲੇਕਿਨ me and my brother have been working on it ਕਿ ਜਿਹੜੇ ਇੰਡੀਜਨਸ ਲੋਕ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਹੈਗੇ ਇਹ ਕੈਨੇਡਾ ਤੋਂ ਪਹਿਲੇ ਦੇ ਹੈਗੇ ਇੱਥੇ ਰਹਿ ਰਹੇ ਆ ਤੇ ਐਸੇ ਬਹੁਤ ਲੋਕਾਂ ਨੂੰ ਇਹ ਪਤਾ ਵੀ ਨਹੀਂ ਜਿਹੜੇ ਸਪੈਸ਼ਲੀ ਪੰਜਾਬੀ ਲੋਕਾਂ ਨੂੰ ਪਤਾ ਨਹੀਂ ਸੋ ਆਈ ਥਿੰਕ ਦੈਟਸ ਵਾਟ ਆਈ ਆਲਸੋ ਵਾਂਟ ਟੂ ਐਜੂਕੇਟ ਲੋਕਾਂ ਨੂੰ ਕਿ ਜਿਸ ਤਰ੍ਹਾਂ ਇੰਡੀਆ ਵਿੱਚ ਹੈਗੇ ਸੀ ਜਿਹੜੇ ਕੋਲੋਨਾਈਜ਼ਰ ਆਏ ਸੀ ਬ੍ਰਿਟਿਸ਼ ਲੋਕ ਇੱਥੇ ਵੀ ਇਸ ਤਰ੍ਹਾਂ ਹੀ ਯੂਰਪੀਅਨ ਆਏ ਸੀ ਤੇ ਇਹਨਾਂ ਦਾ ਜਿਹੜਾ ਜ਼ਮੀਨ ਸੀ ਠੀਕ ਦੇ ਸਨੈਚਡ ਇਟ ਅਵੇ ਜਿਹੜੇ ਬੱਚੇ ਸੀ ਜਿਹੜੇ ਇੰਡੀਜਨਸ ਲੋਕ ਉਹਨਾਂ ਦੀ ਫੈਮਲੀਜ਼ ਤੋਂ ਉਹਨਾਂ ਨੂੰ ਲੈ ਕੇ ਆਪਣੇ ਚਰਚਸ ਜਾਂ ਉੱਥੇ ਲੈ ਕੇ ਗਏ ਕਿ ਉਹਨਾਂ ਦਾ ਕਲਚਰ ਵਾਈਪ ਹੋ ਸਕਦਾ The kids were raped, murdered. They were taken away. ਉਹਨਾਂ ਦੀ families ਨੇ ਉਹਨਾਂ ਨੂੰ ਕਦੀ ਵੇਖਿਆ ਨਹੀਂ ਫਿਰ. So these are the things that ਅੱਜ ਤੱਕ people are feeling till today. The last ਜਿਹੜਾ residential school ਸੀ 1996 ਵਿੱਚ ਖਤਮ ਹੋਇਆ ਸੀ. I was 2 years old and at that time I was still in India but imagine 2 years old I was and they were closing it then. ਇਹ ਜਿਹੜੀ ਕੈਨੇਡੀਅਨ ਹਿਸਟਰੀ ਹੈਗੀ ਹੈ ਜਿਹੜੀ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਸਾਰੇ ਕਹਿੰਦੇ ਕੈਨੇਡਾ ਬਹੁਤ ਅੱਛਾ ਹੈ ਲੇਕਿਨ ਇਹ ਜਿਹੜੀ ਹਿਸਟਰੀ ਹੈਗੀ ਹੈ ਇਹ ਹੁਣੇ ਤੱਕ ਇਹ ਫਿਕਸ ਨਹੀਂ ਹੋਈ ਹੁਣੇ ਤੱਕ ਅਸੀਂ ਲੋਕ ਰੈਕਗਨਾਈਜ਼ ਨਹੀਂ ਕਰਦੇ ਕਿ ਇਹ ਜਿਹੜੇ ਇੰਡੀਜਨਸ ਲੋਕ ਹੈਗੇ ਜੇ ਇਹ ਨਹੀਂ ਹੁੰਦੇ ਇੱਥੇ ਅਸੀਂ ਵੀ ਨਹੀਂ ਹੋਣਾ ਸੀ ਇੱਥੇ ਸੋ ਆਲ ਦ ਟਾਈਮ ਆਈ ਥਿੰਕ ਵੀ ਸ਼ੁਡ ਬੀ ਗ੍ਰੇਟਫੁਲ ਕਿ ਇਹ ਜਿਹੜੇ ਇੰਡੀਜਨਸ ਲੋਕ ਹੈਗੇ ਆ ਇਹਨਾਂ ਨੇ ਇੰਨੀ ਤਰੱਕੀ ਵਿੱਚ ਹੁਣੇ ਤੱਕ ਹੈਗੇ ਇੱਥੇ you know they could have been wiped out but they had that power within them just like ਜਿਹੜੇ ਲੋਕ ਪੰਜਾਬ ਦੇ ਹੈਗੇ when farmers protest you can see they have that within them right carrying them our spirits are with them all the time we have these things in our lives I think there's so much similarity as well between Sikhism and indigenous peoples and all these things I've always explored through my life and I always take it back to that grade 7 moment कि हमेशा उस टाइम तक I've always been interested in their culture, in their traditions. कि we need to honor them, we need to respect them, and we need to see how we can move forward with them. ਬਿਲਕੁਲ ਮੈਂ ਸੁਖਮੀਤ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਹੁਣ ਇਸ ਵੇਲੇ ਪੋਸੀਬਲੀ ਕੋਈ ਬੱਚੇ ਪਤਾ ਨਹੀਂ ਸੁਣ ਰਹੇ ਹੋਣਗੇ ਜਾਂ ਨਹੀਂ ਸੁਣ ਰਹੇ ਹੋਣਗੇ ਪਰ ਪੇਰੈਂਟਸ ਬਹੁਤ ਸਾਰੇ ਸੁਣ ਰਹੇ ਹੋਣਗੇ ਮੈਂ ਵੀ ਪਿਛਲੇ 2-3 ਦਿਨਾਂ ਤੋਂ ਕਈ ਪੇਰੈਂਟਸ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਵੀ ਅਸੀਂ ਟਾਕਸ ਇਨੀਸ਼ੀਏਟ ਕਰ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਟਰਾਈ ਕਰ ਰਹੇ ਹਾਂ ਹੋ ਸਕਦਾ ਉਸ ਟਾਈਮ 'ਤੇ ਬਹੁਤੀ ਇਹ ਗੱਲ ਕੀਤੀ ਨਹੀਂ ਜਾਂਦੀ ਹੋਊਗੀ ਇਹ ਚੰਗੀ ਗੱਲ ਹੈ ਕਿ ਗੱਲ ਚੱਲੀ ਜ਼ਰੂਰ ਹੈ ਘੱਟੋ ਘੱਟ ਹੁਣ ਅਸੀਂ ਇੰਨੇ ਕੁ ਤਾਂ ਮਹਿਸੂਸ ਕਰਦੇ ਹਾਂ ਕਿ ਗੱਲਬਾਤ ਕੀਤੀ ਜਾਣੀ ਚਾਹੀਦੀ ਹੈਗੀ ਆ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹੁੰਦੀ ਇੱਕ ਚੀਜ਼ ਹੈ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਕੈਨੇਡਾ ਆਏ ਬੁਲਿੰਗ ਵੀ ਹੋਈ ਇਹ ਬਹੁਤ ਕਰੂਸ਼ੀਅਲ ਚੀਜ਼ ਹੁੰਦੀ ਹੈ ਕਿ ਜਿਸ ਟਾਈਮ ਤੁਹਾਡੇ ਨਾਲ ਕੋਈ ਨੈਗੇਟਿਵ ਵਰਤਾਰਾ ਹੋ ਰਿਹਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਤੁਹਾਡੇ ਕੋਲ 2 ਹੀ ਆਪਸ਼ਨਾਂ ਹੁੰਦੀਆਂ ਜਾਂ ਤਾਂ ਤੁਸੀਂ ਖੜੇ ਹੋ ਜਾਂਦੇ ਹੋ ਜਾਂ ਤੁਸੀਂ ਕੋਈ ਹੋਰ ਮੁੜ ਜਾਂਦੇ ਹੋ ਜਾਂ ਤੁਸੀਂ ਆਪਣੇ ਆਪ ਨੂੰ ਸੰਗੋੜ ਕੇ ਬੈਠ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਲੁਕੋ ਕੇ ਬੈਠ ਜਾਂਦੇ ਹੋ ਤੁਹਾਡੀ ਸੈਲਫ ਸਟੀਮ ਲੋ ਹੋ ਜਾਂਦੀ ਹੈ ਇਸ ਤਰ੍ਹਾਂ ਹੋ ਜਾਂਦਾ ਤੁਹਾਡੇ ਅੰਦਰ ਜਿਹੜੀ ਸੀ ਕਦੇ ਉਹ ਵੀ ਇਹ ਸਟਰਗਲ ਚੱਲਦੀ ਸੀ ਮਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਸੀ ਕਿ ਭਈ ਮੈਂ ਸਟੈਂਡ ਅਪ ਹੋਇਆ ਤਾਂ ਕੀ ਹੋਊਗਾ ਜੇ ਮੈਂ ਨਾ ਹੋਇਆ ਤਾਂ ਕੀ ਹੋਊਗਾ ਕਦੇ ਇਹੋ ਜਿਹਾ ਵਿਸ਼ਲੇਸ਼ਣ ਕਰਦੇ ਹੁੰਦੇ ਸੀ ਜਾਂ ਵੀ ਕਦੇ ਉਹ ਡਰ ਜਿਹੜੀ ਚੀਜ਼ ਉਹ ਆਈ ਨਹੀਂ ਥੋੜ੍ਹਾ ਜਿਹਾ ਮੈਨੂੰ ਮਨ ਦੀ ਆਪਣੀ ਹਾਲਤ ਬਿਆਨ ਕਰੋ ਡਰ ਤੇ ਹੈਗਾ ਸੀ ਕਿਉਂਕਿ ਆਈ ਵਾਸ ਲਾਈਕ ਇੰਡੀਆ ਵਿੱਚ ਮੇਰੇ ਸਾਰੇ ਫਰੈਂਡਸ ਹੈਗੇ ਸੀ ਤੇ ਇੱਥੇ ਮੇਰੇ ਕੋਲ ਇੱਕ ਵੀ ਨਹੀਂ ਫਰੈਂਡ ਹੈਗਾ ਤੇ ਮੈਂ ਇੱਥੇ ਆਇਆ ਕੀ ਕਰਨ ਉਹ ਡਰ ਦੇ ਨਾਲ ਕਿਵੇਂ ਟੈਕਲ ਕੀਤਾ ਮੈਂ ਉਹ ਤੱਕ ਪਹੁੰਚਣਾ ਚਾਹੁੰਦੀ ਜਿਹੜਾ ਡਰ ਸੀ ਆਈ ਥਿੰਕ ਜਦੋਂ ਮੇਰੇ ਭੂਆ ਜੀ ਦੇ ਬੇਟੇ ਤੇ ਡਾਟਰ
ਉਹਨਾਂ ਨਾਲ ਮੈਂ ਗੱਲ ਕੀਤੀ ਸੀ ਕਿ I told Papa Mummy too, ਲੇਕਿਨ I didn't want to bother them too much ਕਿਉਂਕਿ I was like, you know, they moved all the way here. ਸਾਰੇ ਬੱਚੇ ਇਸੇ ਤਰ੍ਹਾਂ ਦੇਖੋ ਜਿਵੇਂ ਤੁਸੀਂ ਆ ਨਾ ਈਵਨ ਕਈ ਚਲੋ ਤੁਸੀਂ ਤਾਂ ਆਏ ਇੰਡੀਆ ਤੁਸੀਂ ਇੰਡੀਆ ਤੋਂ ਆਈਆਂ ਫੈਮਿਲੀਜ਼ ਦੇ ਬੱਚਿਆਂ ਦੇ ਨਾਲ ਵੀ ਇਸ ਤਰ੍ਹਾਂ ਹੁੰਦਾ ਈਵਨ ਜਿਹੜੇ ਬੱਚੇ ਇੱਥੇ ਦੇ ਵੀ ਆ ਉਹਨਾਂ ਦੇ ਨਾਲ ਵੀ ਹੁੰਦਾ ਇੱਥੇ ਤੱਕ ਕਿ ਜੋ ਕੁਝ ਫਰੈਂਡਸ ਜਾਂ ਕਜ਼ਨਸ ਵੀ ਤੁਹਾਨੂੰ ਬੁਲੀ ਕਰਦੇ ਰਹਿੰਦੇ ਆ ਲੁਕੋ ਕੇ ਬੱਚੇ ਉਹ ਵੀ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਮੇਰਾ ਇਹ ਸਵਾਲ ਤੁਹਾਨੂੰ ਪੁੱਛਣ ਦਾ ਇਹੀ ਪਰਪਸ ਹੈ ਕਿ ਬਹੁਤ ਵਾਰੀ ਬੱਚੇ ਚੁੱਪ ਹੋ ਜਾਂਦੇ ਤੁਹਾਡੇ ਮਨ ਦੇ ਵਿੱਚ ਵੀ ਇਹ ਆਪਸ਼ਨ ਆਈ ਹੋਏਗੀ so ਲੇਕਿਨ I didn't let that come in. I had the option. I couldn't ਜੇ ਮੈਂ ਚਾਹੁੰਦਾ ਸੀ ਮੈਂ ਕਿਸੇ ਨੂੰ ਨਹੀਂ ਵੀ ਦੱਸਣਾ ਸੀ ਤੇ ਫਿਰ ਮੈਂ ਬਸ internalize ਕਰਨਾ ਸੀ and over time it just build up ਹੋਣਾ ਸੀ. Who knows, maybe I wouldn't you know, even have my case today. You never know. But these are things that I always knew ki I come from a family where we respect Sikhism. You know, we have this within us. Dada is a brigadier general and so I had all this like the warrior, you know, I had that mentality inside me always. And so that's why I was like, you know what, I can't hide this ki I'm getting bullied. I have to tell someone. That's why मैं ਦੱਸਿਆ ਸੀ ਉਸ ਟਾਈਮ ਵਿੱਚ ਵੀ ਮੈਂ ਆਪਣੇ again ਭੂਆ ਜੀ ਦੇ daughter and son ਨੂੰ ਦੱਸਿਆ ਸੀ ਕਿ this is what's happening and then they took the action and helped me to meet my principal. So I think these are things that are very important. ਜਿਹੜੇ ਵੀ ਹੁਣ ਬੱਚੇ ਹੈਗੇ out there ਜੇ ਸੁਣ ਰਹੇ program ਜਾਂ ਉਹਨਾਂ ਦੇ ਪੇਰੈਂਟਸ ਸੁਣ ਰਹੇ I think it's so important ਕਿ ਆਪਣਾ ਟਾਈਮ ਕੱਢੋ ਆਪਣੇ ਬੱਚਿਆਂ ਦੇ ਨਾਲ ਕਿ ਇਹ ਗੱਲਾਂ ਕਰੋ ਕਿਉਂਕਿ ਜੇ ਤੁਸੀਂ ਇਗਨੋਰ ਕਰਦੇ ਹੋ ਇਹ ਬਿਲਡ ਅਪ ਹੋ ਜਾਏਗਾ ਐਂਡ ਜੇ ਤੁਸੀਂ ਚਾਹੁੰਦੇ ਹੋ ਕਿ ਜੇ ਪੈਸੇ ਨਾਲ ਇਹ ਠੀਕ ਹੋ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ I think the main thing ਕਿ I respect about ਮੰਮੀ ਪਾਪਾ is the amount of time that they've spent with me and my brother. Growing up in Canada, Papa got that job at Omni as the anchor over there. But he quit that because he knew that almost all of the day he would have to travel all the way to Vancouver and be there most of the day and then come back at night when I was about to go to sleep. And he even told, he's like, ਫਿਰ point ਕੀ ਸੀ ਕਿ ਇੰਡੀਆ ਤੋਂ ਇੱਥੇ ਆ ਕੇ ਕਿ ਜੇ ਤੁਹਾਡੇ ਨਾਲ ਟਾਈਮ ਨਹੀਂ ਸਪੈਂਡ ਕਰਨਾ ਫਿਰ what is the point of me having this job, what is the point of having all this money, life better ਕਿੱਦਾਂ ਹੋ ਗਈ, how will life get better? And I think that's something always all these parents always come up to papa mummy, they're like ਇਹਨਾਂ ਨੂੰ ਕੀ ਤੁਸੀਂ ਕੀ ਖਿਲਾਇਆ ਹੈ ਕਿ ਇਸ ਤਰ੍ਹਾਂ ਦੇ ਬਣ ਗਏ. And I think Papa Mummy always say ki time jada spend kitta. They've always, whether they had to sacrifice their personal time, instead of going to parties and all of that, they would spend time at home. Menu workbooks, Hamesha. I remember I used to get workbooks every day after school. Ki ek kar kam, because this will help you. And so I would always do that. And then I guess my brother, he always saw that what I did, and he, you know, mirrored that. And so I think that's what I would tell parents ki to see, if you can see your child, you can see when they're in pain, you can see when they're hiding something, approach them ki ਉਹਨਾਂ ਨੂੰ ਪੁੱਛੋ ਕਿ ਤੁਹਾਡਾ ਸਕੂਲ ਇਸ ਤਰ੍ਹਾਂ ਅੱਜ ਕਿਸ ਤਰ੍ਹਾਂ ਸੀ. ਪਾਪਾ ਮੰਮੀ ਹਮੇਸ਼ਾ every day I would come from school ਕਹਿੰਦੇ ਸੀ ਕਿ ਕਿਸ ਤਰ੍ਹਾਂ ਸੀ ਸਕੂਲ ਕੀ ਸਿੱਖਿਆ, all these things, they took interest in it. And I think that's what every parent should do, is take that interest. I know ਸਾਰਿਆਂ ਦੀ ਜ਼ਿੰਦਗੀ ਵਿੱਚ, you know, it's very busy, stresses ਹੁੰਦੇ. ਸੁਖਮੀਤ, ਮੈਂ ਤੁਹਾਡੀ ਇਹ ਗੱਲ ਸਮਝਦੀ ਹਾਂ, ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਹਾਂ, ਜਦੋਂ ਤੁਸੀਂ ਛੋਟੇ ਸੀ ਹੁਣ ਤਾਂ ਉਹ ਵੀ ਟਾਈਮ ਪਿੱਛੇ ਰਹਿ ਗਿਆ. ਜਿਸ ਜਨਰੇਸ਼ਨ ਦੇ ਨਾਲ ਹੁਣ ਪੇਰੈਂਟਸ ਡੀਲ ਕਰ ਰਹੇ ਆ ਜਿਹੜੇ ਹੁਣ ਟੋਟਲੀ ਐਨਵਾਇਰਨਮੈਂਟ ਵੀ ਵੱਖਰਾ ਹੋ ਗਿਆ, ਡਿਫਰੈਂਟ. ਹੁਣ ਤੇ ਫੋਨ ਸਾਰਾ ਕੁਝ ਹੈਗਾ, ਫੋਨ ਟੈਕਨੋਲੋਜੀ ਇੰਨੀ ਕੁ ਜ਼ਿਆਦਾ, ਦੇ ਆਰ ਸਰਾਊਂਡਡ ਵਿਦ ਆਲ ਦਿਸ ਕਾਈਂਡ ਆਫ ਸਟਫ ਹੈ ਨਾ. ਤੁਸੀਂ ਬੱਚਿਆਂ ਨੂੰ ਜੇ ਪੁੱਛਦੇ ਵੀ ਹੋ ਨਾ ਵੀ ਸਕੂਲ ਕਿੱਦਾਂ ਰਿਹਾ, ਉਹ ਇਸ ਗੱਲ 'ਤੇ ਵੀ ਖਿੱਚਦੇ ਆ ਕਿ ਸਾਨੂੰ ਪੁੱਛਿਆ ਨਾ ਜਾਵੇ, ਬਿਕੋਜ਼ ਜਦੋਂ ਹੀ ਸਕੂਲ ਛੱਡਿਆ ਉਸੇ ਟਾਈਮ 'ਤੇ ਉਹ ਆਪਣੀ ਡਿਵਾਈਸਿਸ 'ਤੇ ਲੱਗ ਜਾਂਦੇ. ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜਾ ਫਜ਼ੂਲ ਜਿਹਾ ਕੁਐਸਚਨ ਹੈ ਇਹ ਰੋਜ਼ ਪੁੱਛਿਆ ਜਾਂਦਾ. ਮੈਨੂੰ ਲੱਗਦਾ ਕਿ ਥੋੜ੍ਹਾ ਸਾਡੇ ਪੇਰੈਂਟਸ ਨੂੰ ਇਸ ਚੀਜ਼ ਲਈ ਵੀ ਕ੍ਰੀਏਟਿਵ ਅਤੇ ਇਨੋਵੇਟਿਵ ਹੋਣਾ ਪੈਣਾ ਕਿ ਇਹ ਰੋਜ਼ ਉਹਨਾਂ ਨੂੰ ਬੋਰਿੰਗ ਕੁਐਸਚਨ ਨਾ ਲੱਗੇ, ਇਹਨੂੰ ਵੀ ਇੱਕ ਨਵੇਂ ਤਰੀਕੇ ਦੇ ਨਾਲ ਪੁੱਛਿਆ ਜਾਵੇ ਜਾਂ ਥੋੜ੍ਹੇ ਵੱਖਰੇ ਤਰੀਕੇ ਦੇ ਨਾਲ ਵੱਖੋ ਵੱਖਰੇ ਟਾਈਮ 'ਤੇ ਪੁੱਛਿਆ ਜਾ ਸਕਦਾ. ਸੋ ਸੁਖਮੀਤ, ਐਲੀਮੈਂਟਰੀ ਸਕੂਲ ਦੀ ਗੱਲ ਕੀਤੀ, ਜੇ ਥੋੜ੍ਹਾ ਜਿਹਾ ਆਪਣੀ ਹਾਇਰ ਐਜੂਕੇਸ਼ਨ ਦੀ ਤੁਸੀਂ ਗੱਲ ਕਰੋ. ਹਾਂਜੀ, ਸੋ ਉਸ ਤੋਂ ਬਾਅਦ ਮੈਂ ਹਾਈ ਸਕੂਲ ਕੀਤੀ. ਅਗੇਨ ਗੁੱਡ ਐਕਸਪੀਰੀਅੰਸ. ਮੈਂ ਕਲੱਬਸ ਵੀ ਸ਼ੁਰੂ ਕੀਤੇ ਸੀ ਸਕੂਲ ਵਿੱਚ ਜਿਹੜੇ ਦੂਸਰੇ ਸਟੂਡੈਂਟਸ ਨੂੰ ਇਨਵੋਲਵ ਕੀਤੇ, ਐਂਡ ਵੀ ਰੇਜ਼ਡ ਮਨੀ ਫॉर ਵੈਲਸ ਇਨ ਕੈਨੀਆ. ਸੋ ਆਲ ਥੀਸ ਥਿੰਗਸ I was a part of. Got really good grades. I was part of the AP program, ਜਿਹਦੇ ਵਿੱਚ calculus and chemistry I took. Again, knowing that I wanted to go into medicine. So ਇਹ ਸਾਰੀਆਂ ਚੀਜ਼ਾਂ ਮੈਂ ਕੀਤੀਆਂ. ਫਿਰ ਉਸ ਤੋਂ ਬਾਅਦ grade 12 ਵਿੱਚ ਮੈਨੂੰ scholarships ਵੀ ਮਿਲੀਆਂ, ਜਿਹੜੀ Canada like, you know, top scholarships for that. And I chose to go to McGill University in Montreal. ਤੇ ਉੱਥੇ ਮੈਂ anatomy ਤੇ cell biology ਸਿੱਖੀ.
So over there again, great experience. Lekin it was very tough because pehle time I was moving away from home. I wasn't with my parents or my brother. So initially it was a lot of fun because you're going to a new environment, you're learning all these things. But after a time, I missed mummy's food and all these things that sometimes you take for granted. ਉੱਥੇ ਦਾ ਐਕਸਪੀਰੀਅੰਸ ਤੁਹਾਡਾ ਠੀਕ ਠਾਕ ਰਿਹਾ, ਵਧੀਆ ਰਿਹਾ? ਉੱਥੇ ਕਿਸੇ ਤਰ੍ਹਾਂ ਦਾ ਕੋਈ ਰੇਸਿਜ਼ਮ ਜਾਂ ਕੋਈ ਇਹੋ ਜਿਹੀ ਗੱਲ ਤੁਸੀਂ ਐਕਸਪੀਰੀਅੰਸ ਕੀਤੀ ਹੋਵੇ? ਕਿਉਂਕਿ ਜੇ ਤੁਸੀਂ ਉਸ ਇਲਾਕੇ ਦੇ ਵਿੱਚ ਗਏ ਹੋ, ਉੱਥੋਂ ਤੁਸੀਂ ਇੱਦਾਂ ਦੀ ਸ਼ਿਕਾਇਤ ਨਾ ਲੈ ਕੇ ਆਏ ਹੋਵੋ ਜਾਂ ਇਗਨੋਰ ਕੀਤੀ ਹੋਵੇ, ਉਹ ਵੱਖਰੀ ਗੱਲ ਹੈ। ਕੋਈ ਹੈ ਸੀ ਤਜਰਬਾ ਇੱਦਾਂ ਦਾ? ਜਿਹੜੀ ਉੱਥੇ ਜਦੋਂ ਮੈਂ ਸ਼ੁਰੂ ਕੀਤਾ ਸੀ ਉੱਥੇ ਐਕਚੁਅਲੀ ਉੱਥੇ ਦੇ ਉਸ ਟਾਈਮ ਦਾ ਜਿਹੜਾ ਪ੍ਰੀਮੀਅਰ ਸੀ ਜਾਂ ਕੋਈ ਪੋਲੀਟੀਸ਼ੀਅਨ ਸੀ ਕਿਊਬੈਕ ਦਾ, ਉਹਨਾਂ ਨੇ ਇੱਕ ਰੂਲ ਬਣਾ ਰਹੇ ਸੀ ਜਾਂ ਲਾਅ ਬਣਾ ਰਹੇ ਸੀ ਜਿਹੜਾ ਪੱਗਾਂ ਨੂੰ ਜਾਂ ਹਿਜਾਬ religious headwear can't wear that in public. And I found that as a problem. Like, मैं हुने ही आया थे ते करे. I'm like, how can they do that? And my whole life I've been advocating for diversity and inclusion. So I was like, this is not something I can stand by. So मैं जड़े साडा McGill ਦਾ Sikh Student Association ਸੀ, ਉਹਨਾਂ ਦੇ ਨਾਲ ਅਸੀਂ ਪਹਿਲਾ McGill ਦੇ ਵਿੱਚ turban tying event hold ਕੀਤਾ ਸੀ। ਅੱਛਾ। ਤੇ ਇੱਥੇ we had over 2,000 people from McGill show up. ਉਹ ਸਾਰਿਆਂ ਨੇ ਆਪਣੀ ਪੱਗ ਵੀ ਪਾਈ। Over 2,000? ਅਸੀਂ ਉਹਨਾਂ ਨੂੰ ਸਿਖਾਇਆ ਸੀ ਲਾਈਕ ਪੱਗ ਦਾ ਮੀਨਿੰਗ ਕੀ ਹੈਗਾ। ਸੋ ਦੇ ਆਲ ਟਾਈਡ ਇਟ, ਦੇ ਆਲ ਲਵ ਦ ਪਿਕਚਰ। ਉਹਨਾਂ ਨੇ ਫੋਟੋਆਂ ਵੀ ਖਿੱਚੀਆਂ। ਸੋ ਉਹ ਸਾਰੇ ਪੰਜਾਬੀ ਜਾਂ ਸਿੱਖ ਨਹੀਂ ਸਨ? ਨਹੀਂ ਗੋਰੇ ਸੀ। every different religion, color, you name it. And ਫਿਰ ਅਸੀਂ ਲੰਗਰ ਵੀ ਉਹਨਾਂ ਨੂੰ ਦਿੱਤਾ ਕਿ ਉਹਨਾਂ ਨੂੰ ਸਿਖਾਇਆ ਸੀ Sikhism, what it stands for. And they were all amazed ਕਿ ਇਹ ਰੂਲ ਕਿਉਂ ਬਣਾ ਰਹੇ ਗਵਰਨਮੈਂਟ। ਸੋ ਅਸੀਂ ਫਿਰ ਗਵਰਨਮੈਂਟ ਨੂੰ ਵੀ ਐਡਵੋਕੇਟ ਕੀਤਾ ਕਿ ਇਸ ਤਰ੍ਹਾਂ ਤੁਸੀਂ ਕਰ ਨਹੀਂ ਸਕਦੇ, like you're going to be excluding so many people. Luckily, thank God it didn't go through at that time, but these are things that I continue to do all throughout my 4 years at McGill. Every year we held this turban tying event and everyone was always looking forward to it because they know ki langar milna hai, to fir pagga bhi tusi tie karoge and you'll understand what Sikhism is about. So everyone was very happy about that. So that was a great experience. Joined other things as well, like student council and all these things. Again, leadership opportunities jadon vi mainu present hoiyan, I always took that initiative to say yes and do them. So those were all the things that I did then. ਫਿਰ ਹੁਣ ਫਾਈਨਲੀ ਫਿਰ UBC ਦੇ ਵਿੱਚ ਤੁਸੀਂ ਪਹੁੰਚ ਗਏ? Actually ਨਹੀਂ, ਉਸ ਤੋਂ ਪਹਿਲੇ I had a journey. So ਜਦੋਂ ਮੈਂ McGill ਖਤਮ ਕੀਤਾ, ਉਸ ਤੋਂ ਬਾਅਦ ਮੈਂ ਇੱਕ year basically gap ਲਿੱਤਾ ਸੀ। So ਉਸ ਟਾਈਮ ਵਿੱਚ ਮੈਂ Arctic ਮੈਂ travel ਕੀਤਾ। ਵਾਓ। ਐਂਡ ਉੱਥੇ ਮੈਂ 6 ਮਹੀਨੇ ਰਿਹਾ। ਆਰਟਿਕ ਦੇ ਵਿੱਚ 6 ਮਹੀਨੇ ਰਹਿ ਕੇ ਆਏ? ਹਾਂਜੀ, Inuvik, Northwest Territory। ਉੱਥੇ I remember। How did that happen? ਕਿੱਦਾਂ ਗਿਆ? ਤੁਸੀਂ ਗਏ ਤੇ ਕਿਸੇ ਆਰਗੇਨਾਈਜੇਸ਼ਨ ਨਾਲ ਸੀ ਜਾਂ ਕੋਈ ਗਵਰਨਮੈਂਟ ਦਾ ਪ੍ਰੋਜੈਕਟ ਸੀ, ਕੀ ਸੀ? ਸੋ ਇੱਕ ਗਵਰਨਮੈਂਟਲ ਆਰਗੇਨਾਈਜੇਸ਼ਨ ਸੀ। ਅੱਛਾ। ਤੇ ਇੱਕ ਮੇਰੇ ਦੋਸਤ ਗਈ ਸੀ ਉੱਥੇ, ਲੇਕਿਨ ਨਾਟ ਐਜ਼ ਹਾਈ ਅਪ ਐਜ਼ ਆਈ ਡਿਡ। ਸ਼ੀ ਵੈਂਟ ਔਨ ਦ ਬਾਰਡਰ ਆਫ ਐਲਬਰਟਾ ਐਂਡ ਨਾਰਥ-ਵੈਸਟ ਟੈਰੀਟਰੀਜ਼। ਉੱਥੇ ਗਈ ਸੀ ਤੇ ਉੱਥੇ ਉਹ ਇੰਡੀਜਨਸ ਲੋਕਾਂ ਨੂੰ ਪੜ੍ਹਾ ਰਹੀ ਸੀ, ਵੋਲੰਟੀਅਰ ਕਰ ਰਹੀ ਸੀ। ਸੋ ਆਈ ਆਸਕਡ ਹਰ, ਮੈਂ ਵੀ ਕਰਨਾ ਚਾਹੁੰਦਾ ਕਿਉਂਕਿ ਦਿਸ ਇਜ਼ ਅਗੇਨ ਸਮਥਿੰਗ ਦੈਟ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਵਿਦ ਇੰਡੀਜਨਸ ਪੀਪਲਸ ਐਂਡ ਇੰਡੀਜਨਸ ਹੈਲਥ। And I'm like, let me take the time to understand this. So organization ਨੇ ਮੈਨੂੰ ਉੱਥੇ ਭੇਜਿਆ ਸੀ, Inuvik, Northwest Territories। ਸਭ ਤੋਂ ਟਿਪ ਤੇ ਹੈਗਾ ਕੈਨੇਡਾ ਦੇ। ਜੇ ਤੁਸੀਂ ਮੈਪ ਤੇ ਵੇਖੋਗੇ, it's literally at the top. North Pole is so close to it. So I touched the Arctic Ocean. That's how close I was. Wow. ਤੇ ਉੱਥੇ ਜਦੋਂ ਹੈਗਾ ਸੀ 6 ਮਹੀਨੇ, ਮੈਂ ਇੰਡੀਜਨਸ ਬੱਚਿਆਂ ਨੂੰ ਸਾਇੰਸਿਸ ਸਿਖਾਈਆਂ। ਤੇ ਆਫਟਰ ਸਕੂਲ ਵੀ ਮੈਂ ਪ੍ਰੋਗਰਾਮ ਹੋਲਡ ਕਰਦਾ ਸੀ। ਜੇ ਬੱਚਿਆਂ ਨੂੰ ਟਿਊਟਰਿੰਗ ਚਾਹੀਦੀ ਸੀ, ਉਹ ਵੀ ਫ੍ਰੀ ਆਫ ਕਾਸਟ ਮੈਂ ਪ੍ਰੋਵਾਈਡ ਕੀਤੀ ਸੀ। ਮਾਰਨਿੰਗਸ ਵਿੱਚ ਮੈਂ अर्ਲੀ ਜਾਂਦਾ ਸੀ ਸਕੂਲ ਕਿਉਂਕਿ ਬੱਚੇ ਉੱਥੇ ਨਿਊਟ੍ਰੀਸ਼ੀਅਸ ਬ੍ਰੈਕਫਾਸਟ ਨਹੀਂ ਖਾ ਕੇ ਆਉਂਦੇ ਸੀ। ਸੋ ਅਸੀਂ ਸਕੂਲ ਕੋਲੋਂ ਬ੍ਰੈਕਫਾਸਟ ਵੀ ਪ੍ਰੋਵਾਈਡ ਕਰਦੇ ਸੀ। ਸੋ ਆਈ ਯੂਜ਼ਡ ਟੂ ਪ੍ਰੇਪੇਅਰ ਦੈਟ ਅਹੈਡ ਆਫ ਟਾਈਮ ਕਿ ਬੱਚੇ ਨੂੰ ਟੂ have a nutritious meal before they start the school. So every ਕੀਤਾ ਸੀ। So all these things that I did up there for 6 months. ਉੱਥੇ hospital ਵੀ ਹੈਗਾ ਸੀ, ਉੱਥੇ ਮੈਂ ਮਦਦ ਕਰਿਆ ਸੀ as a switchboard operator। ਜਿਹੜੇ ਵੀ calls ਆਉਂਦੇ ਸੀ ਮੈਂ direct ਕਰਦਾ ਸੀ ਡਾਕਟਰਾਂ ਨੂੰ। ਤੇ ਉੱਥੇ ਮੈਂ ਡਾਕਟਰਸ ਨੂੰ ਮਿਲਿਆ ਸੀ ਤੇ ਉਹਨਾਂ ਨੂੰ ਮੈਨੂੰ ਕਿਹਾ ਸੀ ਕਿ ਜੇ ਤੂੰ ਇਹਦਾ ਬਹੁਤ ਪੈਸ਼ਨੇਟ ਹੈਗਾ ਇੰਡੀਜਨਸ ਹੈਲਥ ਤੇ ਪਬਲਿਕ ਹੈਲਥ ਦਾ, ਤੂੰ ਮਾਸਟਰ ਆਫ ਪਬਲਿਕ ਹੈਲਥ ਕਰ ਪਹਿਲੇ। ਅੱਛਾ। ਮੈਡੀਕਲ ਸਕੂਲ ਤੋਂ ਪਹਿਲੇ। ਸੋ ਮੈਂ ਅਪਲਾਈ ਕੀਤਾ ਸੀ ਤੇ ਫਿਰ ਮੈਨੂੰ ਐਡਮਿਸ਼ਨ ਮਿਲ ਗਈ। ਸੋ ਉਸ ਤੋਂ ਬਾਅਦ ਮੈਂ 1 ਸਾਲ ਮੈਡੀਕਲ ਔਰ ਮਾਸਟਰ ਆਫ ਪਬਲਿਕ ਹੈਲਥ ਕੀਤਾ ਸੀ ਵੈਸਟਰਨ ਯੂਨੀਵਰਸਿਟੀ ਲੰਡਨ ਓਨਟਾਰੀਓ ਵਿੱਚ। ਓਕੇ। ਸੋ 1 ਸਾਲ ਵਿੱਚ ਮੈਂ ਆਪਣਾ ਮਾਸਟਰਸ ਪ੍ਰੋਗਰਾਮ ਕੰਪਲੀਟ ਕਰ ਲਿਆ।
ਉਹਦੇ ਵਿੱਚ ਮੈਂ ਬਹੁਤ ਸਕਿੱਲਸ ਲਰਨ ਕੀਤੀਆਂ ਸੀ ਜਿਹੜੀ ਹੁਣ ਵੀ ਮੈਂ ਅਪਲਾਈ ਕੀਤੀ ਹੈ ਜਿਹੜੇ ਮੈਂ ਕੋਵਿਡ ਪ੍ਰੋਜੈਕਟ ਕੀਤਾ ਹੈ ਸਾਰਾ ਕੁਝ ਉਹ ਜਿਹੜੀ ਸਕਿੱਲਸ ਮੈਨੂੰ ਮਿਲੇ ਸੀ ਬਹੁਤ ਵੈਲਿਊਬਲ ਸੀ ਸੋ ਉਸ ਤੋਂ ਬਾਅਦ ਜਦੋਂ ਉਹ ਮੈਂ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਜਿਹੜੀ ਸਮਰ ਸੀ ਉੱਥੇ ਮੈਂ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵਿੱਚ ਕੰਮ ਕੀਤਾ ਉਸ ਸਮਰ ਦੇ ਵਿੱਚ ਪ੍ਰੈਕਟਿਕਮ ਖਤਮ ਕਰਨ ਵਾਸਤੇ ਤੇ ਉੱਥੇ ਜਿਹੜੀ ਡਾਕਟਰ ਟਰੀਸਾ ਟੈਮ ਫॉर ਇੰਸਟੈਂਸ ਜਿਹੜੀ ਕੈਨੇਡਾ ਦੀ ਚੀਫ ਮੈਡੀਕਲ ਆਫਿਸਰ ਉਹਦੇ ਨਾਲ ਮੈਂ ਉਹਨੂੰ ਵੇਖਿਆ ਸੀ ਤੇ all these doctors all these higher doctors I'm like you know what ਇੱਕ ਦਿਨ hopefully I can get up to this level as well so seeing all these inspirational people around me working with the public health agency of Canada ਮੈਨੂੰ ਬਹੁਤ opportunities ਇਹਦੇ through ਮਿਲੀਆਂ so ਇਸ ਤੋਂ ਬਾਅਦ while ਕਿਉਂਕਿ UBC ਜਦੋਂ ਮੈਡੀਕਲ ਸਕੂਲ ਨੂੰ ਅਪਲਾਈ ਕਰਨਾ ਤੁਸੀਂ ਇੱਕ ਸਾਲ ਦਾ ਲਾਈਕ ਚਾਹੀਦਾ ਹੈ ਬੇਸਿਕਲੀ ਟਾਈਮ ਫਰੇਮ ਜਦੋਂ ਐਪਲੀਕੇਸ਼ਨ ਹੋਣੀ ਹੈ ਫਿਰ ਯੂ ਹੈਵ ਟੂ ਵੇਟ ਟੂ ਹੀਅਰ ਇਫ ਯੂ ਗੈਟ ਅ ਇੰਟਰਵਿਊ ਔਰ ਨਾਟ ਸੋ ਇਸ ਸਾਲ ਵਿੱਚ ਜਦੋਂ ਮੈਂ ਵੇਟ ਕਰਿਆ ਸੀ ਇੱਥੇ ਮੈਂ ਕੰਮ ਕੀਤਾ ਸੀ ਵੈਂਕੂਵਰ ਡਾਊਨਟਾਊਨ ਈਸਟ ਸਾਈਡ ਤੇ ਇੱਥੇ ਮੈਂ UBC ਸੀਡਰ ਪ੍ਰੋਜੈਕਟ ਦੇ ਨਾਲ ਕੰਮ ਕੀਤਾ ਸੀ ਇੱਥੇ ਜਿਹੜੇ ਇੰਡੀਜਨਸ ਲੋਕ ਹੈਗੇ ਸੀ ਐਂਡ ਦੇ ਵਰ ਹੋਮਲੈਸ ਉਹਨਾਂ ਨੂੰ ਜਿਹੜੇ ਹੈਪੇਟਾਈਟਿਸ ਸੀ ਉਹਨਾਂ ਦੀ ਟ੍ਰੀਟਮੈਂਟ ਕੀਤੀ ਸੀ ਅਸੀਂ ਸੋ ਇੱਕ ਸਾਲ ਵਾਸਤੇ ਮੈਂ ਇਹ ਕੰਮ ਕਰ ਰਿਹਾ ਸੀ ਜਿਹੜੇ ਵੀ ਲੋਕਾਂ ਨੂੰ ਮਦਦ ਚਾਹੀਦੀ ਸੀ ਹੈਪੇਟਾਈਟਿਸ ਸੀ ਦੇ ਵਾਸਤੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਉਹਨਾਂ ਦੀ ਹੋਲਿਸਟਿਕ ਹੈਲਥ ਵੇਖੀ ਕਿ ਤੁਹਾਨੂੰ ਕੀ ਸਪੋਰਟਸ ਚਾਹੀਦੇ ਤੁਹਾਡੀ ਸਪਿਰਿਚੁਅਲ ਹੈਲਥ ਕਿਸ ਤਰ੍ਹਾਂ ਅਸੀਂ ਹੈਲਪ ਕਰ ਸਕਦੇ ਹਾਂ ਉਹਦੇ ਨਾਲ ਮੈਂਟਲ ਹੈਲਥ ਫਿਜ਼ੀਕਲ ਹੈਲਥ ਇਮੋਸ਼ਨਲ ਹੈਲਥ ਇਹ ਸਾਰੀਆਂ ਚੀਜ਼ਾਂ ਵੇਖੀਆਂ ਉਹਨਾਂ ਦੀ ਤੇ ਉਹਨਾਂ ਦੀ ਮਦਦ ਕੀਤੀ ਕਿ ਇਹ ਹੈਪ ਸੀ ਕਲੀਅਰ ਹੋ ਜਾਏ ਸੋ ਦੈਟ ਦੇ ਕੈਨ ਲਿਵ ਅ ਬੈਟਰ ਲਾਈਫ ਵਾਹ ਮੈਂ ਹੈਰਾਨ ਹਾਂ ਇੰਨਾ ਘੁੰਮ ਫਿਰ ਵੀ ਲਿਆ ਤੁਸੀਂ ਇੰਨੀ ਪੜ੍ਹਾਈ ਵੀ ਕਰ ਲਈ ਇੰਨਾ ਕੰਮ ਵੀ ਕਰ ਲਿਆ ਕਿਤੇ ਇਹ ਜਿਹੜਾ ਸਾਰਾ ਖਰਚਾ ਪਾਣੀ ਸੀ ਇਹ ਕਿਵੇਂ ਚੱਲਦਾ ਸੀ ਇਹ ਵੀ ਸੋਚਣ ਦੀ ਗੱਲ ਹੈ ਯਾ ਐਬਸੋਲੂਟਲੀ ਸੋ ਕਿਤੇ ਇਹ ਤੇ ਨਹੀਂ ਕਿ ਜਿਵੇਂ ਇੰਡੀਅਨ ਪੇਰੈਂਟਸ ਮੋਸਟ ਆਫ ਦਾ ਟਾਈਮਸ ਕਰਦੇ ਹੀ ਹੁੰਦੇ ਆ ਕਿ ਜੋ ਕੁਝ ਕਰ ਰਹੇ ਆ ਬੱਚਿਆਂ ਲਈ ਕਰ ਰਹੇ ਆ ਕਿ ਕਿੱਦਾਂ ਚੱਲਿਆ ਵੀ ਇਹ ਸਾਰਾ ਕੁਝ ਸੋ ਮੈਨੂੰ ਸਕੋਲਰਸ਼ਿਪਸ ਜਿਹੜੀ ਗ੍ਰੇਡ 12 ਵਿੱਚ ਮਿਲੀ ਸੀ ਦੇ ਪੇਡ ਫॉर ਮੋਸਟ ਆਫ ਮਾਈ ਅੰਡਰਗ੍ਰੈਜੂਏਟ ਐਟ McGill So that was mostly covered and a few of it then Papa Mummy covered that part and then of course I got student loans to pay for the other education ਜਦੋਂ ਮੈਂ ਆਰਟਿਕ ਗਿਆ ਸੀ ਉਹ ਵੋਲੰਟੀਅਰਿੰਗ ਟ੍ਰਿਪ ਸੀ ਸੋ ਉਹਦੇ ਨਾਲ ਵੀ ਨਹੀਂ ਮੈਨੂੰ ਪੈਸੇ ਮਿਲੇ ਜਾਂ ਕੁਝ ਵੀ ਲੇਕਿਨ ਜਿਹੜਾ ਟ੍ਰਿਪ ਸੀ ਉੱਥੇ ਉਹਨਾਂ ਨੇ ਗਵਰਨਮੈਂਟ ਨੇ ਪੇ ਕੀਤਾ ਸੀ ਕਿਉਂਕਿ ਅਗੇਨ ਆਮ ਗੋਇੰਗ ਐਜ਼ ਅ ਵੋਲੰਟੀਅਰ ਸੋ ਉੱਥੇ ਜਿਹੜਾ ਵੀ ਮੈਂ ਸਿਖਾ ਰਿਹਾ ਸੀ ਬੱਚਿਆਂ ਨੂੰ ਅਗੇਨ ਆਈ ਵਾਸ ਡੂਇੰਗ ਇਟ ਫ੍ਰੀ ਆਫ ਕਾਸਟ ਆਈ ਵਾਸਨਟ ਚਾਰਜਿੰਗ ਐਨੀਥਿੰਗ ਟੂ ਐਨੀਵਨ ਲੇਕਿਨ ਦੇ ਵਰ ਗਿਵਿੰਗ ਮੀ ਅ ਸਟਾਈਪੈਂਡ ਟੂ ਗੈਟ ਮਾਈ ਗਰੋਸਰੀਜ਼ ਐਂਡ ਆਲ ਆਫ ਦੈਟ ਸੋ ਦੋਜ਼ ਆਰ ਆਲ ਕਵਰਡ ਦੈਨ ਤੇ ਜਿਹੜਾ ਮਾਸਟਰਸ ਪ੍ਰੋਗਰਾਮ ਕੀਤਾ ਸੀ that was expensive so for that they didn't offer any scholarships either full ride scholarships but I applied for one scholarship that they had and I ended up being the only one in the class to get it so that covered a portion of the money as well and then the rest Papa Mummy paid for that as well and so I'm always grateful you know that they invested in my education and we of course had to take out loans and stuff as well to help pay for all of this so yeah that was a journey with so far before medical school ਸੁਖਮੀਤ ਜਿਹੜਾ ਖਾਸ ਕਰਕੇ ਤੁਸੀਂ ਕੰਮ ਪਿਛਲੇ ਦਿਨੀ ਕੀਤਾ ਜਦੋਂ ਦਾ ਇਹ COVID-19 ਦਾ ਸਿਲਸਿਲਾ ਸ਼ੁਰੂ ਹੋਇਆ ਤੁਸੀਂ ਬਹੁਤ ਸਾਰੀਆਂ ਹੈਡਲਾਈਨਸ ਦੇ ਵਿੱਚ ਆਏ ਸਾਡੇ ਸੁਣਨ ਵਾਲੇ ਇੰਟਰਸਟਿਡ ਹੋਣਗੇ ਕਿ ਇਸ ਪ੍ਰੋਜੈਕਟ ਦੇ ਵਿੱਚ ਜਾਂ ਜਿਹੜਾ ਤੁਸੀਂ ਇਨੀਸ਼ੀਏਟਿਵ ਲਿਆ ਉਹਦੇ ਵਿੱਚ ਵੱਖਰਾ ਕੀ ਸੀ ਤੇ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਇਹ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਸੋ ਮੈਂ ਮੈਡੀਕਲ ਸਟੂਡੈਂਟ ਹੈਗਾ ਤੇ ਮੈਂ ਵੇਖਿਆ ਸੀ ਕਿ ਜਿਹੜੇ ਸਾਡੇ ਫਿਜ਼ੀਸ਼ੀਅਨਸ ਹੈਗੇ ਜਾਂ ਡਾਕਟਰਸ ਹੈਗੇ ਉਹ ਬਹੁਤ ਓਵਰਬਰਡਨਡ ਹੈਗੇ ਸੀ ਜਿਹੜੇ ਪਹਿਲੇ ਸਪੈਸ਼ਲੀ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਦੇਰ ਵਰ ਸੋ ਮੈਨੀ ਪੀਪਲ ਇਨ ਦ ਹਸਪੀਟਲ ਜਿਹੜੀ ਸਟੋਰੀਜ਼ ਵੇਖ ਰਹੇ ਸੀ ਅਸੀਂ ਸੁਣ ਰਹੇ ਸੀ ਕਿ ਸਾਡੇ ਜਿਹੜੇ ਡਾਕਟਰ ਹੈਗੇ ਦੇਰ ਬੀਇੰਗ ਵੈਰੀ ਸਟ੍ਰੈਸਡ I was like, I need to do something about this. Medical students, ਅਸੀਂ ਹੁਣੇ hospital ਵਿੱਚ ਨਹੀਂ ਹੋ ਸਕਦੇ ਸੀ so we had to do something outside of it. So ਇੱਕ ਦਿਨ ਮੈਂ actually ਗੁਰਦੁਆਰੇ ਵਿੱਚ ਹੈਗਾ ਸੀ with my dad. It's always these interesting projects that start with my dad right next to me but ਮੈਂ ਗੁਰਦੁਆਰੇ ਵਿੱਚ ਹੈਗਾ ਸੀ ਗੁਰੂ ਨਾਨਕ ਸਿੱਖ ਗੁਰਦੁਆਰਾ ਤੇ ਉੱਥੇ ਮੈਂ ਵੇਖਿਆ ਸੀ ਕਿ ਜਿਹੜੇ ਬਜ਼ੁਰਗ ਲੋਕ ਹੈਗੇ ਸੀ ਉੱਥੇ ਉਹਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਤੇ ਉਹ ਬਹੁਤ ਇਕੱਠੇ ਹੋ ਕੇ ਬੈਠੇ ਹੋਏ ਸੀ ਸੋ ਮੈਂ ਉਹਨਾਂ ਕੋਲ ਗਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣਾ ਮਾਸਕ ਕਿਉਂ ਨਹੀਂ ਪਾਇਆ ਤੇ ਤੁਸੀਂ ਦੂਰ ਕਿਉਂ ਨਹੀਂ ਬੈਠੇ ਹੋਏ ਮੈਨੂੰ ਸਿੰਪਲੀ ਕਹਿੰਦੇ ਕਿ ਸਾਡੇ ਕੋਲ ਮਾਸਕ ਹੀ ਨਹੀਂ ਹੈਗਾ ਜਿਹੜਾ ਸਾਡੇ ਪੱਗ ਦੇ ਨਾਲ ਟਾਈ ਹੋ ਸਕਦਾ ਤੇ ਕਹਿੰਦੇ ਸੀ ਕਿ ਜਿਹੜੇ ਪਬਲਿਕ ਹੈਲਥ ਪ੍ਰੋਟੋਕਾਲ ਜਿਹੜੇ ਆ ਰਹੇ ਹੈ ਉਹ ਪੰਜਾਬੀ ਵਿੱਚ ਨਹੀਂ ਹੈਗੇ ਸੋ ਜਿਹੜੀ ਇੰਗਲਿਸ਼ ਵਿੱਚ ਭਾਸ਼ਾ ਵਿੱਚ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੋ ਇਸ ਟਾਈਮ ਵਿੱਚ ਮੈਨੂੰ ਲੱਗਿਆ ਕਿ ਓਕੇ ਆਈ ਹੈਵ ਟੂ ਡੂ ਸਮਥਿੰਗ ਅਬਾਊਟ ਦਿਸ ਕਿਉਂਕਿ ਅਗੇਨ ਮੇਰਾ ਪਬਲਿਕ ਹੈਲਥ ਬੈਕਗਰਾਊਂਡ ਹੈਗਾ
ਤੇ ਮੈਂ ਮੈਡੀਕਲ ਸਟੂਡੈਂਟ ਹੈਗਾ ਸੋ ਆਈ ਵਾਸ ਲਾਈਕ ਓਕੇ ਆਈ ਹੈਵ ਟੂ ਡੂ ਸਮਥਿੰਗ ਅਬਾਊਟ ਦਿਸ ਸੋ ਮੈਂ ਜਿਹੜੇ ਗੁਰਦੁਆਰੇ ਦੀ ਲੀਡਰਸ਼ਿਪ ਕਮੇਟੀ ਸੀ ਪ੍ਰੈਜ਼ੀਡੈਂਟ ਜਿਹੜੇ ਹਰਜੀਤ ਸਿੰਘ ਉਹਨਾਂ ਨੂੰ ਮੈਂ ਕੰਟੈਕਟ ਕੀਤਾ ਮੈਂ ਕਿਹਾ ਕਿ ਮੈਂ ਇਹ ਸ਼ੁਰੂ ਕਰਨਾ ਚਾਹੁੰਦਾ ਇੱਥੇ ਪ੍ਰੋਜੈਕਟ ਤੇ ਉਹ ਬਹੁਤ ਅੱਛੇ ਸੀ ਕਹਿੰਦੇ ਕਿ ਇਹ ਜਿਹੜੀ ਵੀ ਇਹ ਜਗ੍ਹਾ ਹੈਗੀ ਇਹ ਤੇਰੀ ਹੈਗੀ ਹੁਣ ਜੋ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਇੱਥੇ ਸੋ ਦੈਨ ਆਈ ਕੰਟੈਕਟਡ ਫਰੇਜ਼ਰ ਹੈਲਥ ਅਥਾਰਟੀ ਉੱਥੇ ਦੀ ਸਾਹੀ ਪ੍ਰੋਗਰਾਮ ਸਾਊਥ ਏਸ਼ੀਅਨ ਹੈਲਥ ਇੰਸਟੀਟਿਊਟ ਉਹਨਾਂ ਦੀ ਡਾਇਰੈਕਟਰ ਨੂੰ ਮੈਂ ਕਾਲ ਕੀਤਾ ਕਿ ਇਹ ਹੁਣ ਗੁਰਦੁਆਰਾ ਵੀ ਔਨ ਬੋਰਡ ਹੈਗੇ ਅਤੇ ਇਹ ਮੇਰਾ ਪ੍ਰੋਜੈਕਟ ਹੈਗਾ ਅਤੇ ਉਹ ਕਹਿੰਦੇ ਸ਼ੋਰ ਅਸੀਂ ਤੁਹਾਨੂੰ ਐਵੀਡੈਂਸ ਬੇਸ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਅਤੇ ਤੁਸੀਂ ਜਿਹੜਾ ਵੀ ਪ੍ਰੋਜੈਕਟ ਕਰਨਾ ਤੁਹਾਡਾ ਸਾਡਾ ਸਪੋਰਟ ਹੈਗਾ ਅਤੇ ਇਸ ਟਾਈਮ ਵਿੱਚ ਕਲਿੰਟਨ ਫਾਊਂਡੇਸ਼ਨ ਅਮਰੀਕਾ ਵਿੱਚ ਜਿਹੜੀ ਬਿਲ ਕਲਿੰਟਨ ਅਤੇ ਹਿਲਰੀ ਕਲਿੰਟਨ ਦੀ ਫਾਊਂਡੇਸ਼ਨ ਹੈਗੀ ਹੈ ਉਹ ਗ੍ਰਾਂਟਸ ਦੇ ਰਹੇ ਸੀ I was one of 2 Canadians to receive the grant. Achha. And the grant was basically what can you do in your community to help with COVID-19. And my brother actually found out about this grant. He said we should apply for it. So ਅਸੀਂ apply ਕੀਤਾ ਸਾਨੂੰ ਮਿਲ ਗਿਆ. So that's how the project started. ਅਸੀਂ ਨਾਂ ਰੱਖਿਆ ਸੀ COVID-19 ਸਿੱਖ ਗੁਰਦੁਆਰਾ ਇਨੀਸ਼ੀਏਟਿਵ ਸੋ ਸਾਡਾ ਮੇਨ ਮਕਸਦ ਹੈਗਾ ਸੀ ਕਿ ਅਸੀਂ ਸਾਡੇ ਜਿਹੜੇ ਬਜ਼ੁਰਗ ਲੋਕ ਹੈਗੇ ਆ ਉਹਨਾਂ ਨੂੰ ਸਿਖਾਉਣਾ ਹੈ ਕੋਵਿਡ ਹੈਗਾ ਕੀ ਹੈ ਅਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਕਿਉਂਕਿ ਜਿਹੜੀ ਨਿਊਜ਼ ਵਿੱਚ ਆ ਰਿਹਾ ਸੀ ਉਸ ਟਾਈਮ ਵਿੱਚ ਕਿ COVID-19 ਇੰਪੈਕਟਸ ਐਲਡਰਸ ਮੋਰ ਦੈਨ ਯੰਗ ਪੀਪਲ ਸੋ ਲਾਈਕ ਜੇ ਸਾਡੇ ਬਜ਼ੁਰਗ ਲੋਕ ਹੈਗੇ ਆ ਗੁਰਦੁਆਰੇ ਦੇ ਵਿੱਚ ਅਤੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿਉਂਕਿ ਉਹਨਾਂ ਦੀ ਇੰਗਲਿਸ਼ ਵਿੱਚ ਬੋਲ ਰਹੇ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਪ੍ਰੋਟੈਕਟ ਕਰ ਸਕਦੇ So ਅਸੀਂ ਇਹ ਸਿੰਪਲ ਪ੍ਰੋਜੈਕਟ ਸ਼ੁਰੂ ਕੀਤਾ ਸੀ I recruited over 150 youth volunteers all from Surrey ਅਤੇ ਅਸੀਂ 3 ਚੀਜ਼ਾਂ ਲੋਕਾਂ ਨੂੰ ਸਿਖਾਈਆਂ ਪਹਿਲੀ ਚੀਜ਼ ਸੀ ਆਪਣੇ ਹੱਥ ਕਿਸ ਤਰ੍ਹਾਂ ਧੋਣੇ ਦੂਸਰੀ ਚੀਜ਼ ਆਪਣੇ ਮਾਸਕ ਕਿਸ ਤਰ੍ਹਾਂ ਪਾਉਣਾ ਅਤੇ ਲਾਸਟ ਚੀਜ਼ ਸੀ ਫਿਜ਼ੀਕਲ ਡਿਸਟੈਂਸਿੰਗ ਦੇ ਬਾਰੇ ਸੋ ਸਾਡੇ ਸਾਰੇ ਵੋਲੰਟੀਅਰਸ ਜਿਹੜੇ ਹੈਗੇ ਸੀ ਉਹਨਾਂ ਨੂੰ ਅਸੀਂ ਟ੍ਰੇਨ ਕੀਤਾ ਸੀ ਪਹਿਲੇ ਆਪਣੀ PPE ਕਿਸ ਤਰ੍ਹਾਂ ਮਾਸਕ ਅਤੇ ਗਲਵਸ ਕਿਸ ਤਰ੍ਹਾਂ ਪਾਉਣੇ ਆ ਕਿਸ ਤਰ੍ਹਾਂ ਉਤਾਰਨੇ ਸੋ ਉਹਨਾਂ ਦੀ ਸੇਫਟੀ ਸਾਡੀ ਪ੍ਰਾਇਓਰਟੀ ਹੈਗੀ ਸੀ ਕਿਉਂਕਿ ਸਾਰੇ ਯੂਥ ਹੈਗੇ ਸੋ ਜਦੋਂ ਵੀ ਕੋਈ ਲੋਕ ਆਏ ਸੀ ਹੁਣ ਗੁਰਦੁਆਰੇ ਦੇ ਵਿੱਚ ਪਹਿਲੇ ਸਾਡੇ ਵੋਲੰਟੀਅਰ ਉਹਨਾਂ ਨੂੰ ਸਿੰਕ 'ਤੇ ਲੈ ਕੇ ਜਾਂਦੇ ਸੀ ਉਹਨਾਂ ਨੂੰ ਹੱਥ ਸਿਖਾਉਂਦੇ ਸੀ ਕਿਸ ਤਰ੍ਹਾਂ ਧੋਣੇ ਜਦੋਂ ਮੈਡੀਕਲ ਸਕੂਲ ਤੋਂ ਪਹਿਲੇ ਮੈਨੂੰ ਵੀ ਨਹੀਂ ਹੱਥ ਜਿਹੜੇ ਧੋਣੇ ਹੁੰਦੇ ਦੇਰ ਇਜ਼ ਅ ਸਪੈਸੀਫਿਕ ਵੇ ਕਿ ਆਪਣੇ ਹੱਥ ਧੋਣੇ ਹੁੰਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੋ ਅਸੀਂ ਸਿਖਾਇਆ ਸੀ ਕਿ 30 ਸੈਕਿੰਡ ਵਿੱਚ ਤੁਸੀਂ ਇਸ ਤਰ੍ਹਾਂ ਹੱਥ ਧੋਣੇ ਸੋਪ ਅਤੇ ਪਾਣੀ ਦੇ ਨਾਲ ਐਂਡ ਸੋ ਸਾਡਾ ਮੇਨ ਮਕਸਦ ਹੈਗਾ ਸੀ ਕਿ ਜੇ ਅਸੀਂ ਇਹਨਾਂ ਨੂੰ ਇੱਥੇ ਸਿਖਾਉਂਦੇ ਹਾਂ ਫਿਰ ਹੋਪਫੁਲੀ ਇਹ ਆਪਣੇ ਘਰ ਵੀ ਜਾਣਗੇ ਅਤੇ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਸਿਖਾਉਣਗੇ ਸੋ ਦੂਸਰੀ ਚੀਜ਼ ਉਸ ਤੋਂ ਬਾਅਦ ਫਿਰ ਮਾਸਕ ਜਿਹੜੇ ਪ੍ਰੋਬਲਮ ਮੈਂ ਸ਼ੁਰੂ ਵੇਖੀ ਸੀ ਕਿ ਮਾਸਕ ਪੱਗ ਦੇ ਨਾਲ ਟਾਈ ਨਹੀਂ ਹੁੰਦਾ ਸੋ ਆਈ ਕ੍ਰੀਏਟਡ ਅ ਮਾਸਕ with strings attached to it. I sent it to many community members and they made it for us. So I can name so many people who helped us make these masks in the community. Punjab Cloth House, for instance, gave us free fabric to use. Achha. And then all these amazing people made these masks for us. They ਅਸੀਂ ਗੁਰਦੁਆਰੇ ਦੇ ਵਿੱਚ distribute ਕੀਤੇ ਸੀ free of cost. ਪਹਿਲੇ ਜਦੋਂ Health Canada ਦੇ ਕਿਹਾ ਸੀ ਕਿ 2 layers ਚਾਹੀਦੀ ਹੈ ਫਿਰ ਅਸੀਂ 2 layer ਬਣਾਈ ਫਿਰ ਜਦੋਂ ਕਹਿੰਦੇ ਕਿ 3 layer ਹੋਣੀ ਚਾਹੀਦੀ ਹੈ ਫਿਰ ਉਹ ਵੀ ਕੀਤਾ So we made sure that everything was up to safety standards. So these we gave to the public. They were so appreciative ਕਿ ਕਹਿੰਦੇ ਸੀ ਕਿ ਸਾਨੂੰ 3 ਹੋਰ ਦੇ ਦਿਓ ਕਿ ਅਸੀਂ ਆਪਣੇ ਦੋਸਤਾਂ ਨੂੰ ਵੀ ਦੇ ਸਕਦੇ ਹਾਂ ਆਪਣੇ family members. So we gave over 5,000 of these masks that were made of cloth. ਅਕਸਰ ਇਹ ਗੱਲ ਹੁੰਦੀ ਕਹੀ ਜਾਂਦੀ ਆ ਕਿ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਨਾ ਅਤੇ ਮੈਂ ਇਹ ਕਹੂੰਗੀ ਅੱਜ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਕਿ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਕਿਸੇ ਸਪੈਸੀਫਿਕ ਔਰਤ ਜਾਂ ਆਦਮੀ ਦੀ ਆਪਾਂ ਨਾ ਗੱਲ ਕਰੀਏ ਮਾਪਿਆਂ ਦਾ ਹੱਥ ਤਾਂ ਜ਼ਰੂਰ ਹੁੰਦਾ ਯੈਸ ਫॉर श्योर ਮੈਂ ਆਪਣੇ ਨਾਲ ਇੱਕ ਸਰਪ੍ਰਾਈਜ਼ ਕਾਲਰ ਸ਼ਾਮਿਲ ਕਰ ਰਹੀ ਹਾਂ ਦੱਸੋ ਕੌਣ ਹੋ ਸਕਦੇ ਆ ਆਈ ਡੋਂਟ ਨੋ ਗੈਸ ਕਰੋ ਮਾਈ ਪੇਰੈਂਟਸ ਲੈਟਸ ਸੀ ਹੂ ਇਜ਼ ਦਿਸ ਹੈਲੋ ਹਾਂਜੀ ਨਵਜੋਤ ਜੀ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਵੀ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ ਅਤੇ ਤੁਹਾਡੇ ਕੋਲੋਂ ਮੈਂ ਕੀ ਪੁੱਛਾਂ ਪਰ ਇੰਨੀ ਜ਼ਰੂਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਹੈ ਤੁਸੀਂ ਕੀ ਦਿੱਤਾ ਇਹ ਸੁਖਮੀਤ ਨੂੰ ਤੁਸੀਂ ਇੱਦਾਂ ਲੱਗਦਾ ਮੈਂ ਜਦੋਂ ਵੀ ਇਹਦੇ ਨਾਲ ਗੱਲ ਕਰ ਰਹੀ ਹਾਂ ਜਿਹੜਾ ਵੀ ਕਰ ਰਹੀ ਹਾਂ ਉਹ ਅਲਟੀਮੇਟਲੀ ਘੁੰਮਾ ਕੇ ਗੱਲ ਤੁਹਾਡੇ 'ਤੇ ਆ ਕੇ ਖੜ੍ਹ ਜਾਂਦੀ ਆ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਇਸ ਵੇਲੇ ਸੁਖਮੀਤ ਮੇਰੇ ਨਾਲ ਆ ਪਰ ਅੱਜ ਗੱਲ ਉਹ ਕਰਨੀ ਹੈ ਜਿਹੜੀ ਤੁਸੀਂ ਕਦੇ ਘਰ ਨਹੀਂ ਸੁਖਮੀਤ ਨੂੰ ਗਈ ਬਿਲਕੁਲ ਜੀ ਨਹੀਂ ਬਿਲਕੁਲ ਜੀ ਪਰਮਾਤਮਾ ਦੀ ਬਖਸ਼ਿਸ਼ ਹੈ ਮੈਂ ਇਹੀ ਕਹਾਂਗਾ ਅਤੇ ਸਾਨੂੰ ਮਾਣ ਹੈਗਾ ਸੁਖਮੀਤ ਵਰਗੇ ਬੱਚੇ ਹਰ ਘਰ ਵਿੱਚ ਆਉਣ ਕਿਉਂਕਿ
ਇਸ ਦੀ ਸਟੋਰੀ ਜਿਹੜੀ ਹੈ ਬੜੀ ਤੁਹਾਡੇ ਨਾਲ ਜੋ ਸ਼ੇਅਰ ਕੀਤੀ ਹੈ, ਮੈਨੂੰ ਇਹਦੀ ਨਾ ਮੈਮਰੀ ਬੜੀ ਸ਼ਾਰਪ ਹੈਗੀ ਹੈ। ਕਈ ਬਿਲਕੁਲ। ਚੀਜ਼ਾਂ ਸਾਨੂੰ ਯਾਦ ਨਹੀਂ ਤੇ ਇਹਨੂੰ ਬਚਪਨ ਦੀ ਯਾਦ, ਤੇ ਮੈਂ ਹੈਰਾਨ ਹਾਂ ਹਾਂ ਕਿ ਜਿਹੜੀ ਪਿੰਗਲਵਾੜੇ ਦੀ ਇਹਨੇ ਗੱਲ ਕੀਤੀ। ਦੇਖੋ ਅਸੀਂ ਤਾਂ ਇਹ ਜਨਮ ਦਿਨ ਜਦੋਂ ਮਨਾਈਦਾ, ਚਲੋ ਬੱਚੇ ਨੂੰ ਲੈ ਗਏ, ਅਸੀਂ ਤਾਂ ਉਸ ਮੰਤਵ ਨਾਲ ਗਏ ਸੀ। ਅੱਜ ਪਰ ਮੈਂ ਹੀ ਪੁੱਛਦੀ ਹਾਂ Yeah. ਪੁੱਛਦੀ ਹਾਂ ਤੁਹਾਨੂੰ ਸੁਖਮੀਤ ਦੇ ਬਿਹਾਫ ਤੇ। ਸੁਖਮੀਤ ਕਹਿੰਦੇ ਮੈਂ ਕਦੇ ਪੁੱਛਿਆ ਨਹੀਂ, ਦੱਸੋ ਤੁਸੀਂ ਕਿਉਂ ਲੈ ਕੇ ਗਏ ਸੀ ਪਿੰਗਲਵਾੜੇ? ਸੁਖਮੀਤ 5 ਜੀ। ਸਾਲ ਦਾ ਸੁਖਮੀਤ ਸੀ ਉਦੋਂ। ਬਿਲਕੁਲ ਜੀ, ਇਹੀ ਹੁੰਦਾ ਹੈ, ਹਰ ਇੱਕ ਮਾਂ-ਬਾਪ ਚਾਹੁੰਦਾ ਹੈ ਕਿ ਜਦੋਂ ਕੋਈ ਸ਼ੁਭ ਦਿਹਾੜਾ ਘਰ ਚ ਆਉਂਦਾ ਤੇ ਅਸੀਂ ਚਲੋ ਕੁਝ ਦਾਨ ਪੁੰਨ ਕਰੀਏ। ਤੇ ਮਕਸਦ ਇਹੀ ਸੀ ਕਿ ਇਸ ਨੂੰ ਉੱਥੇ ਲਿਜਾ ਕੇ ਚਲੋ ਇਹ ਜਾਵੇ ਉੱਥੇ। ਪਰ ਮੈਨੂੰ ਕਦੀ ਮੈਂ ਆਪਣੇ ਵਾਈਲਡੈਸਟ ਡ੍ਰੀਮਸ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਇੱਕ ਉਹ ਅਮਿਟ ਛਾਪ ਛੱਡ ਜਾਏਗਾ, ਇੱਕ ਇਨਸੀਡੈਂਟ ਜਿਹਨੇ ਕਿ ਇਸ ਨੂੰ ਮੋਟੀਵੇਟ ਕੀਤਾ ਕਿ ਇਹ ਵੀ ਡਾਕਟਰ ਬਣੇ, ਜਿਹੜਾ ਇਹਨੇ ਗੱਲ ਦੱਸੀ ਉਸ ਬੱਚੇ ਦੀ। ਸੋ ਜਦੋਂ ਇਹਨੇ ਗੱਲ ਕੀਤੀ ਤਾਂ ਮੈਨੂੰ ਵੀ ਯਾਦ ਆਇਆ। ਤੇ ਅਗੇਨ ਮੈਂ ਤਾਂ ਇਹੀ ਬੇਨਤੀ ਕਰਾਂਗਾ ਮਾਂ-ਬਾਪ ਨੂੰ ਕਿ ਜ਼ਰੂਰ ਅਸੀਂ ਬੱਚਿਆਂ ਨੂੰ ਐਕਸਪੀਰੀਐਂਸਿਸ ਦਈਏ। ਜਿਹੜੇ ਐਕਸਪੀਰੀਐਂਸਿਸ ਨੇ, ਪੋਜ਼ਿਟਿਵ ਐਕਸਪੀਰੀਐਂਸਿਸ, ਉਹ ਬੱਚੇ ਦੀ ਜ਼ਿੰਦਗੀ ਬਦਲ ਸਕਦੇ ਹੈਗੇ ਨੇ। ਤੇ ਉਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗਾ ਸੁਖਮੀਤ ਦਾ, ਕਿ ਜਿਹੜਾ ਇਸਨੇ ਉੱਥੋਂ ਇੱਕ ਚੀਜ਼ ਆਪਣੇ ਮਨ 'ਚ ਬਿਠਾ ਲਈ ਤੇ ਉਸ ਤੋਂ ਬਾਅਦ ਇਹ ਪਿੰਗਲਵਾੜੇ ਦੁਬਾਰਾ ਵੀ ਗਿਆ, ਉੱਥੇ ਜੋ 12ਵੀਂ 'ਚ ਹੈਗਾ ਸੀ, ਉੱਥੇ ਜਾ ਕੇ ਇਹਨੇ ਸੇਵਾ ਕੀਤੀ। ਤੇ ਇਹਦੇ 'ਚ ਨਾ ਇੱਕ ਬਚਪਨ ਤੋਂ ਹੀ ਸੇਵਾ ਭਾਵ ਦਾ ਜਿਹੜਾ ਲਗਾਵ ਸੀ ਉਹ ਪੈ ਗਿਆ, ਤੇ ਉਸ ਦੇ ਸਦਕੇ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਕਮਿਊਨਿਟੀ ਦੇ ਵਿੱਚ ਅੱਗੇ ਆਇਆ ਹੈਗਾ। ਹਰਪ੍ਰੀਤ ਜੀ, ਸੁਖਮੀਤ ਨੂੰ ਕਿੱਥੇ ਪਹੁੰਚਿਆ ਤੁਸੀਂ ਦੇਖਣਾ ਚਾਹੁੰਦੇ ਆ? ਇਹ ਤਾਂ ਹੁਣੇ ਮੰਜ਼ਿਲਾਂ ਇਹਦੀਆਂ ਉੱਚੀਆਂ ਹੋ ਗਈਆਂ, ਪ੍ਰਾਪਤੀਆਂ ਵੀ ਵੱਡੀਆਂ ਨੇ ਤੇ ਪੂਰੀ ਕਮਿਊਨਿਟੀ ਨੂੰ ਮਾਣ ਹੈ ਸੁਖਮੀਤ ਦੇ ਉੱਤੇ। ਕਿੱਥੇ ਦੇਖਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਬਚਪਨ ਤੋਂ ਤੇ ਹੁਣ ਵੀ ਹਮੇਸ਼ਾ ਹੀ ਮੈਂ ਇਹਨੂੰ ਕਹਿਣਾ ਜਿੱਥੇ ਮਰਜ਼ੀ ਪਹੁੰਚ ਤੂੰ, ਕਿਉਂਕਿ ਕੈਨੇਡਾ ਇੱਕ ਐਸੀ ਕੰਟਰੀ ਹੈ ਜਿੱਥੇ ਕਿ ਕੋਈ ਵੀ ਐਂਬੀਸ਼ਨ ਜਿਹੜੀ ਹੈ ਨਾ ਉਹ ਤੁਹਾਡੀ ਪੂਰੀ ਹੋ ਸਕਦੀ ਹੈ ਜੇਕਰ ਤੁਸੀਂ ਦੋ ਚੀਜ਼ਾਂ ਨੂੰ ਦਿਮਾਗ 'ਚ ਬਿਠਾ ਕੇ ਰੱਖੋ। ਇੱਕ ਨਾ ਮੈਂ ਫਾਰਮੂਲਾ ਇਨਕਾਰਪੋਰੇਟ ਕੀਤਾ, ਡਿੰਗ, DING, ਡਿਗਨਿਟੀ ਨਾਲ ਕੰਮ ਕਰੋ, ਇੰਟੈਗ੍ਰਿਟੀ ਨਾਲ ਕੰਮ ਕਰੋ, ਨੋਬਿਲਿਟੀ ਨਾਲ ਕੰਮ ਕਰੋ ਤੇ ਗ੍ਰੇਸ ਨਾਲ ਕੰਮ ਕਰੋ, ਡਿੰਗ। ਯਾਨੀ ਕਿ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਇਹ ਚੀਜ਼ਾਂ ਨੂੰ, ਗੁਣਾਂ ਨੂੰ ਅਪਣਾ ਲਾਂਗੇ ਨਾ, ਤਾਂ ਹਮੇਸ਼ਾ ਹੀ ਜਿਸ ਵੀ ਰੱਬ ਵਿੱਚ ਅਸੀਂ ਵਿਸ਼ਵਾਸ ਕਰਨੇ ਹੋ, ਤੁਹਾਨੂੰ ਉਹ ਕੋਈ ਨਾ ਕੋਈ ਓਪਰਚੁਨਿਟੀਜ਼ ਪ੍ਰੋਵਾਈਡ ਕਰਨਗੇ। ਤੇ ਤੁਹਾਨੂੰ ਇਸ ਨੇ ਦੱਸਿਆ ਕਿ ਕਿਵੇਂ ਇਸ ਨੂੰ ਓਪਰਚੁਨਿਟੀਜ਼ ਮਿਲਦੀਆਂ ਗਈਆਂ ਤੇ ਇਹ ਕਾਮਯਾਬੀਆਂ ਨੂੰ ਛੂੰਹਦਾ ਰਿਹਾ। ਪਰ ਇਸ ਪਿੱਛੇ ਸਿਰਫ ਇੱਕੋ ਹੀ ਗੱਲ ਸੀ ਕਿ ਇਮਾਨਦਾਰੀ, ਦਿਆਨਤਦਾਰੀ, ਇਹ ਪੱਲਾ ਨਾ ਕਦੀ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਦਾ ਛੱਡੀਏ ਤਾਂ ਕੋਈ ਵੀ ਸਾਡੇ ਵਾਸਤੇ ਮੁਕਾਮ ਜਿਹੜਾ ਹੈ ਉਹ ਛੋਟਾ ਹੀ ਪਏਗਾ ਜੇ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਨਿਖਰਦੇ ਹਾਂ ਜੀ। ਕਦੇ ਹਾਰਡ ਟਾਈਮ ਨਹੀਂ ਦਿੱਤਾ ਇਹਨੇ ਜਦੋਂ ਹਜੇ ਸਕੂਲ ਦੇ ਵਿੱਚ ਸੀ? ਕਦੇ ਕਿਸੇ ਟਾਈਮ ਦੇ ਕੋਈ ਇਹੋ ਜਿਹੀ ਤੁਹਾਡੀ ਯਾਦ ਜੁੜੀ ਹੋਵੇ? ਕਿਉਂਕਿ ਮੈਨੂੰ ਤਾਂ ਸਾਰਾ ਕੁਝ ਚੰਗਾ ਹੀ ਸੁਣਨ ਨੂੰ ਆ ਰਿਹਾ, ਦੇਖਣ ਨੂੰ ਆ ਰਿਹਾ। ਸੱਚੀ ਗੱਲ ਦੱਸੋ। ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਮੈਂ ਨਾ, ਅਸੀਂ ਮਾਂ ਪਿਓ ਹਮੇਸ਼ਾ, ਹਰ ਇੱਕ ਮਾਂ-ਬਾਪ ਇਹੀ ਚਾਹੁੰਦਾ ਉਸਦੇ ਬੱਚੇ ਨੂੰ ਹਰ ਇੱਕ ਚੀਜ਼ ਮਿਲੇ। PS4 ਮੈਂ ਇਹਦੇ ਵਾਸਤੇ ਲੈ ਕੇ ਆਇਆ ਤੇ ਇਹ ਇਹੋ ਜਿਹਾ ਬੱਚਾ ਹੈਗਾ ਕਿ ਇਸਨੇ ਉਸਨੂੰ ਵਾਪਸ ਕਰਾ ਦਿੱਤਾ, ਜਦ ਕਿ ਬੱਚੇ ਲੜਦੇ ਨੇ ਇਹਨਾਂ ਚੀਜ਼ਾਂ ਵਾਸਤੇ। 12ਵੀਂ ਤੱਕ ਇਸਨੇ ਸੈੱਲਫੋਨ ਨਹੀਂ ਲਿਆ ਸੀ। ਸੋ ਮੈਂ ਸਿਰਫ ਇੱਕ ਐਗਜ਼ਾਮਪਲ ਦੇ ਰਿਹਾ, ਇਹਨੂੰ ਮਟੀਰੀਅਲਿਸਟਿਕ ਚੀਜ਼ਾਂ ਨਾਲ ਇਸ ਨੂੰ ਪਿਆਰ ਹੀ ਨਹੀਂ ਹੈਗਾ। ਇਹ ਇਹਦੇ ਅੰਦਰ ਹੀ ਇੱਕ ਗੁਣ ਹੈਗਾ ਤੇ ਇਸਨੇ ਸਾਨੂੰ ਕਦੀ ਨਹੀਂ ਤੰਗ ਕੀਤਾ। ਬਲਕਿ ਮੈਨੂੰ ਅਜੇ ਵੀ ਹੁਣ ਤੁਹਾਡੀ ਗੱਲਾਂ ਤੋਂ ਯਾਦ ਆ ਗਿਆ, ਜਦੋਂ ਇਹ KG 'ਚ ਹੁੰਦਾ ਸੀ ਨਾ, ਅਸੀਂ ਅੰਮ੍ਰਿਤਸਰ ਸਕੂਲ ਜਾਂਦੇ ਹੁੰਦੇ ਸੀ ਇਹਨੂੰ ਲੈਣ ਵਾਸਤੇ, ਇਹਦੀ ਟੀਚਰਸ ਇਹੀ ਕਹਿੰਦੇ ਸੀ ਕਿ ਚਿਹਰੇ ਤੇ ਨਾ ਹਮੇਸ਼ਾ ਮੁਸਕਰਾਹਟ ਰਹਿੰਦੀ ਹੈਗੀ ਜੀ। ਸੋ ਇਹ ਅੱਜ ਵੀ ਬਰਕਰਾਰ ਹੈ ਤੇ ਵਾਹਿਗੁਰੂ ਕੇ ਇਹੀ ਅਰਦਾਸ ਕਰਨੇ ਆ ਕਿ ਇਸ ਤਰ੍ਹਾਂ ਹੀ ਇਹ ਬਰਕਰਾਰ ਰਹੇ ਤੇ ਇਹ ਅੱਗੇ ਜਾਂਦਾ ਰਹੇ। ਸੁਖਮੀਤ, ਕੁਝ ਡੈਡ ਨੂੰ ਕਹਿਣਾ ਚਾਹੁੰਦੀ ਹੋ? ਉਹ ਗੱਲ ਜਿਹੜੀ ਕਦੇ ਘਰ ਨਹੀਂ ਕਹੀ, ਮੈਂ ਤਾਂ ਔਨ 에ਅਰ ਉਹੀ ਕਹਿਣਾ ਚਾਹੁੰਦੀ ਹਾਂ, ਸੁਣਨਾ ਚਾਹੁੰਦੀ ਹਾਂ। No, I think we always share everything together. But thank you for, everything that you have done for our family and for giving us this life that we are blessed to be living. Thank you, and we are proud of you, what you are doing. Thank you. Thank you ਹਰਪ੍ਰੀਤ ਜੀ, ਥੈਂਕ ਯੂ। ਸੁਖਮੀਤ, ਇੱਕ ਹੋਰ ਸਰਪ੍ਰਾਈਜ਼ ਕਾਲਰ ਨੇ। Okay. ਮੈਂ ਦੇਖਦੀ ਹਾਂ ਕਿ ਇਹ ਆਵਾਜ਼, ਤੁਸੀਂ ਇਸ ਆਵਾਜ਼ ਤੋਂ ਵਾਕਫ ਹੋ ਜਾਂ ਨਹੀਂ। ਮੈਂ ਨਹੀਂ ਕੁਝ ਕਹਾਂਗੀ, ਮੇਰੇ ਲਿਸਨਰ ਇਹ ਇਸ ਵੇਲੇ ਸੁਣ ਰਹੇ ਨੇ। ਹੈਲੋ ਜੀ। Hi Navjot. And hi Sukhmeet. Hi. Sukhmeet, I just want to say how proud I am of you. You probably still don't recognize who I am. ਕੋਸ਼ਿਸ਼ ਕਰੋ। I honestly, I feel like I've heard the voice. I can't put the name to the voice. Okay. ਕਮਲ, ਤੁਸੀਂ ਚੱਲਦੇ ਜਾਓ, ਤੁਸੀਂ ਗੱਲ ਕਹਿੰਦੇ ਜਾਓ ਆਪਣੀ। ਤੁਸੀਂ ਦੇ ਦਿੱਤਾ ਸਰਪ੍ਰਾਈਜ਼ ਕਮਲ। Hi Sukhmeet. ਕਮਲ ਢਿੱਲਨ। Hi, how are you? Oh, hi. Oh my God, yes. This young man is a community hero, I would say. He is just I don't know. It's been years that we've met, and he always seems to make me even more proud every time I hear something. And, with all honesty and with deepest appreciation and respect to him and his parents,
he is a gift to the community. ਐਗਜ਼ੈਕਟਲੀ ਬਿਲਕੁਲ ਕਮਲ ਯੂ ਆਰ ਐਬਸੋਲਿਊਟਲੀ ਰਾਈਟ ਮੈਂ ਇਹਨਾਂ ਨਾਲ ਜਿੰਨੀਆਂ ਵੀ ਗੱਲਾਂ ਕੀਤੀਆਂ ਘੰਟਾ ਡੇਢ ਘੰਟਾ ਹੋ ਗਿਆ ਗੱਲਾਂ ਕਰਦਿਆਂ ਨੂੰ ਵਾਕਈ ਕਮਿਊਨਿਟੀ ਦੇ ਲਈ ਫਖਰ ਦੀ ਗੱਲ ਹੈਗੀ ਆ ਅੱਜ ਤੁਸੀਂ ਜੋ ਗੱਲਬਾਤ ਇਹਨਾਂ ਬਾਰੇ ਕਹੀ ਹੈ ਐਗਜ਼ੈਕਟਲੀ ਐਬਸੋਲਿਊਟਲੀ ਮੈਂ ਐਗਰੀ ਕਰਦੀ ਹਾਂ ਸੁਖਮੀਤ ਕੁਝ ਕਹਿਣਾ Thank you so much. I actually met Kamal Dillon in grade 12. ਜਦੋਂ ਅਸੀਂ ਇੱਕ organization ਦੇ ਨਾਲ ਕੰਮ ਕਰ ਰਹੇ ਸੀ to support women who are facing domestic violence and we asked Kamal Dillon to be the main guest of honor and speaker there. And I think since then, resonating with her story, hearing that, I was like, we need to do better as a society, as men, and I think we've been in touch ever since then. So it's really nice hearing your voice. Thank you. Yes, and when you look at his dad, you look at Sukhmeet and his younger brother. Yeah. These are role models, and I just want other young men, other men in general, to see how women should be treated, must be treated, and when I think of Sukhmeet, I think of his profession, and I always say to my grandson who wants to become a doctor too, I'm going to hook you up with Sukhmeet, because that's the name, that's the person that you not only respect but you trust. ਬਿਲਕੁਲ ਥੈਂਕ ਯੂ ਸੋ ਮਚ ਕਮਲ ਕਾਲ ਕਰਨ ਦੇ ਲਈ ਐਂਡ ਇਹ ਤਾਂ ਸਿਰਫ ਤੁਸੀਂ ਨਹੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਐਕਚੁਅਲੀ ਜਿਸ ਵੇਲੇ ਮੈਂ ਵੀ ਇਹਨਾਂ ਦੇ ਨਾਲ ਗੱਲ ਕਰ ਰਹੀ ਹਾਂ ਮੈਂ ਇਹੀ ਗੱਲ ਕਹਿ ਰਹੀ ਸੀ ਮੈਂ ਕਿਹਾ ਕਿ ਤੁਹਾਡੇ ਵਰਗੇ ਜਿਹੜਾ ਯੂਥ ਆ ਉਹ ਮੈਂਟਰ ਹੋਣਾ ਚਾਹੀਦਾ ਉਹਨਾਂ ਨੂੰ ਮੈਂਟਰਸ਼ਿਪ ਕਰਨੀ ਚਾਹੀਦੀ ਹੈ ਜਿੱਥੇ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਯੂਥ ਦੀ ਇਮੇਜ ਅੱਜ ਕੱਲ੍ਹ ਇਮੇਜ ਵੀ ਪਲੱਸ ਹੋਰ ਬਹੁਤ ਸਾਰੀਆਂ ਗੱਲਾਂ ਆ ਉਹ ਜਿਹੜੀ ਨੈਗੇਟਿਵ ਹੋ ਰਹੀ ਆ ਇਸ ਤਰ੍ਹਾਂ ਦੇ ਯੂਥ ਨੂੰ ਮੈਂਟਰਸ਼ਿਪ ਪ੍ਰੋਗਰਾਮਸ ਕਰਨੇ ਚਾਹੀਦੇ ਆ ਐਗਜ਼ੈਕਟਲੀ ਤੁਸੀਂ ਸਹੀ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਇਹਦੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ Well, just that keep it up, Sukhmeet. I know it's hard work, but it pays off. And, all the best. And you are a community hero. You're too kind. Thank you so much. Thank you, Kamal. Thank you so much. Thank you. All the best. ਬਲੈਕ ਐਂਡ ਬਲੂ ਸਾੜੀ ਦੇ ਆਥਰ ਨੇ ਕਮਲ ਮੇਰੇ ਇਸ ਪ੍ਰੋਗਰਾਮ ਦੇ ਇਹ ਗੈਸਟ ਵੀ ਰਹੇ ਸਨ ਵੰਡਰਫੁਲ ਵੂਮਨ ਦੇ ਤੌਰ ਦੇ ਉੱਤੇ ਸ਼ਾਮਿਲ ਹੋਏ ਸਨ ਸੋ ਸ਼ੁਕਰੀਆ ਇਹਨਾਂ ਦਾ ਕਾਲ ਕਰਨ ਦੇ ਲਈ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ 5 ਸਾਲ ਦਾ ਬੱਚਾ ਇੱਕ ਪਿੰਗਲਵਾੜੇ ਪਹੁੰਚਦਾ ਅਤੇ ਪਿੰਗਲਵਾੜੇ ਜਾ ਕੇ ਉਹਨੂੰ ਜਿਹੜੀ ਦੁੱਖ ਤਕਲੀਫ ਉੱਥੇ ਲੋਕ ਦਿਸਦੇ ਨੇ ਚੱਲ ਰਹੇ ਆ ਉਹਨੂੰ ਦੇਖ ਕੇ ਮਨ ਦੇ ਵਿੱਚ ਇੱਕ ਬੀਜ ਪੁੰਗਰ ਪੈਂਦਾ ਉਸ ਬੀਜ ਨੂੰ ਇਹ ਅੰਦਰ ਸਾਂਭ ਕੇ ਰੱਖ ਲੈਂਦਾ ਕਿ ਲੋਕਾਂ ਦੀ ਦੁੱਖ ਤਕਲੀਫ ਦੂਰ ਕੀਤੇ ਜਾਣੇ ਚਾਹੀਦੇ ਆ ਹੌਲੀ ਹੌਲੀ ਰੀਅਲਾਈਜ਼ ਹੋਇਆ ਕਿ ਇਹ ਕੰਮ ਡਾਕਟਰ ਬਣ ਕੇ ਵੀ ਕੀਤਾ ਜਾ ਸਕਦਾ ਹੈ ਡਾਕਟਰ ਤਾਂ ਬੇਸ਼ੱਕ ਇਹਨੇ ਫੁੱਲ ਫਲੈਜ ਹਾਲੇ ਬਣਨਾ ਸੁਖਮੀਤ ਨੇ ਪਰ ਕਮਿਊਨਿਟੀ ਦੇ ਵਿੱਚ ਦੁੱਖ ਦਰਦ ਘਟਾਉਣ ਦੇ ਲਈ ਲਗਾਤਾਰ ਹੀ ਕੋਸ਼ਿਸ਼ ਕਰਦਾ ਰਹਿੰਦਾ ਥੋੜ੍ਹੀ ਦੇਰ ਪਹਿਲਾਂ ਮੇਰੇ ਨਾਲ ਕਮਲ ਢਿੱਲੋਂ ਆਏ ਸੀ ਐਜ਼ ਅ ਕਾਲਰ ਉਹਨਾਂ ਨੇ ਸੁਖਮੀਤ ਦੀ ਤਾਰੀਫ ਕੀਤੀ ਕਹਿੰਦੇ ਕਿ ਅਸੀਂ ਡੋਮੈਸਟਿਕ ਵਾਇਲੈਂਸ ਦਾ ਇੱਕ ਪ੍ਰੋਜੈਕਟ ਸੀ ਉਹ ਕਰ ਰਹੇ ਸੀ ਕਮਲ ਹੁਣੀ ਉਸ ਵੇਲੇ ਸਪੀਕਰ ਸਨ ਸੋ ਇੱਕ ਚੀਜ਼ ਨਹੀਂ ਹੈ ਜਿਹੜੀ ਤਕਲੀਫ ਦੇ ਰਹੀ ਹੈ ਜਿੱਥੇ ਜਿੱਥੇ ਕਮਿਊਨਿਟੀ ਦੇ ਵਿੱਚ ਦਰਦ ਲੱਗਦਾ ਐਂ ਲੱਗਦਾ ਕਿ ਸੁਖਮੀਤ ਡੂੰਘੇ ਅਹਿਸਾਸ ਜਿਹੜੇ ਸੁਖਮੀਤ ਦੇ ਨੇ ਉਸ ਦਰਦ ਨੂੰ ਮਹਿਸੂਸ ਕਰਦੇ ਨੇ ਸੁਖਮੀਤ ਇਸ ਵੇਲੇ ਮੇਰੇ ਨਾਲ ਇੱਕ ਹੋਰ ਕਾਲਰ ਜੁੜ ਗਏ ਨੇ ਇਹ ਕਾਲਰ ਸ਼ਾਇਦ ਤੁਹਾਨੂੰ ਸਰਪ੍ਰਾਈਜ਼ ਨਾ ਲੱਗੇ ਕਾਰਨ ਇਹ ਹੈ ਕਿ ਤੁਸੀਂ ਇੱਕ ਦੋ ਵਾਰ ਜ਼ਿਕਰ ਕੀਤਾ ਉਹਨਾਂ ਦਾ ਹੈਲੋ ਕੌਣ ਹੈ It's my brother. ਹਾਂਜੀ ਬਿਲਕੁਲ ਤੁਹਾਡੇ ਬ੍ਰਦਰ ਨੇ ਅਭੇ ਵੈਲਕਮ Thank you for having me. What would you like to say about your brother? Yeah, no, I think he's said it very well, and Kamal Dillon and my dad as well. I think he's always been a role model for me, just seeing the work that he does in the community. I think it's been very inspirational, and he's also someone who's a visionary. He focuses on the big picture and how he can influence change, and I think when he has an idea about how to create change, there's nothing that can stop him. ਤੁਸੀਂ ਅਬੇ ਇਹਨਾਂ ਦੇ ਕੋਲੋਂ ਕਿਹੜੀਆਂ ਕੁਆਲਿਟੀਜ਼ ਲਈਆਂ ਮੈਨੂੰ ਇਹ ਦੱਸੋ ਮੈਨੂੰ ਤਾਂ ਲੱਗਦਾ ਕਿ ਤੁਹਾਡੇ ਵਿੱਚ ਹੋਰ ਵੀ ਜ਼ਿਆਦਾ ਹੋਣਗੀਆਂ ਕਿਉਂਕਿ ਤੁਸੀਂ ਸੁਖਮੀਤ ਦੀਆਂ ਵੀ ਲੈ ਲਈਆਂ ਹੋਣੀਆਂ ਤੁਹਾਡੀਆਂ ਕੁਝ ਆਪਣੀਆਂ ਵੀ ਹੋਣੀਆਂ I think the biggest one is being hardworking. ਜਦੋਂ ਵੀ ਮੈਂ ਸੁਖਮੀਤ ਨੂੰ ਦੇਖਦਾ like he's working hard and he talks about his ideas but he also puts in the work.
ਜਿਸ ਤਰ੍ਹਾਂ ਅਸੀਂ ਸਟੱਡੀਇੰਗ ਦੇ ਬਾਰੇ ਗੱਲ ਕਰਦੇ ਨੇ ਲਾਈਕ he's in so much education like undergrad ਮਾਸਟਰਸ ਤੇ ਹੁਣ ਮੈਡੀਕਲ ਸਕੂਲ ਲੱਗਦਾ ਤੇ easy ਹੈ ਪਰ ਇਹਦੇ ਨਾਲ ਹੀ ਬਹੁਤ ਪੜ੍ਹਾਈ ਹੈਗੀ ਹੈ so that is something that I've seen him do. He studies a lot and he backs up his ideas with the work at the behind the scenes. ਕਦੇ ਜਦੋਂ ਤੁਸੀਂ ਕਮਿਊਨਿਟੀ ਦੇ ਵਿੱਚ ਵਿਚਰਦੇ ਹੋ ਹੁਣ ਤੁਹਾਨੂੰ ਵੀ ਇਹ ਲੋਕੀ ਕਹਿੰਦੇ ਕਿ ਸੁਖਮੀਤ ਸੱਚਲ ਦਾ ਬ੍ਰਦਰ ਹੈ ਕਈ ਵਾਰੀ sometimes ਹੁਣ ਤਾਂ ਵੈਸੇ ਮੈਂ ਇੱਥੇ ਨਹੀਂ ਹੈਗਾ I go to school in Toronto but ਜਦੋਂ ਵੀ ਮੈਂ ਇੱਥੇ ਹੀ ਹੈਗਾ now ਕਈ ਕਹਿੰਦੇ ਨੇ is your brother Sukhmeet or is your dad Harpreet Singh so ਇਸ ਤਰ੍ਹਾਂ ਹੀ I think it raises the profile and it is humbling to see that you know you making an impact on the community. ਅਬੇ ਇੱਕ ਹੁਣ ਹੋਰ ਮੈਂ ਗੱਲ ਜਾਣਨਾ ਚਾਹੁੰਦੀ ਸੱਚੀ ਗੱਲ ਦੱਸਿਓ ਤੇ ਹੁਣ ਦੇਖੋ ਬਹੁਤ ਵਧੀਆ ਗੱਲਾਂ ਹੋ ਗਈਆਂ ਜੇ ਕਦੇ ਦੱਸੋ ਕਿ ਤੁਹਾਡੀ ਆਪਸ ਦੇ ਵਿੱਚ ਕਦੇ ਲੜਾਈ ਹੁੰਦੀ ਆ ਜੇ ਲੜਾਈ ਹੁੰਦੀ ਆ ਤੇ ਕਿੰਨੀ ਕੁ ਦੇਰ ਇੱਕ ਦੂਜੇ ਤੋਂ ਤੁਸੀਂ ਦੂਰ ਰਹਿੰਦੇ ਹੋ ਜਾਂ ਤੁਸੀਂ ਇੱਕ ਦੂਸਰੇ ਨਾਲ ਨਹੀਂ ਬੋਲਦੇ ਨਹੀਂ of course ਸਾਰੇ siblings ਦੇ ਨਾਲ ਸਾਰੇ ਭਰਾਵਾਂ ਦੇ ਨਾਲ ਲੜਾਈ ਤਾਂ ਹੁੰਦੀ ਹੈ ਬਿਲਕੁਲ ਭੈਣ ਭਰਾ ਲੜਦੇ ਆ and we're no different but you know ਜਦੋਂ ਤੁਸੀਂ family ਹੋ you know that you'll always be fine. ਕੌਣ ਕਿਹਨੂੰ ਮਨਾਉਂਦਾ ਤੁਸੀਂ ਮਨਾਉਂਦੇ ਹੋ ਇਹਨੂੰ ਕਿ ਸੁਖਮੀਤ ਮਨਾਉਂਦਾ ਤੁਹਾਨੂੰ ਸੁਖਮੀਤ ਨੂੰ ਪੁੱਛਦਾ ਸੁਖਮੀਤ ਨੇ ਤਾਂ ਇਸ਼ਾਰਾ ਕਰ ਲਿਆ ਆਪਣੇ ਆਪ ਵੱਲ ਕਹਿੰਦੇ ਮੈਂ ਹੀ ਮਨਾਉਂਦਾ ਹੁੰਦਾ ਨਹੀਂ ਕਈ ਵਾਰੀ ਮੈਂ ਹੁੰਦਾ ਕਿਉਂਕਿ ਮੈਂ ਤਾਂ younger ਹੈਗਾ I'm 7 years younger so he is like my second mother as well. Wow. ਜਦੋਂ ਵੀ ਮਮਾ ਪਾਪਾ ਬਾਹਰ ਸੀ when we were young he took care of me so I say he's like my mother he's my brother he's my mentor ਤੇ ਕਈ ਵਾਰੀ ਅਸੀਂ ਲੜਦੇ ਨੇ ਪਰ it's all in fun. ਹਾਂਜੀ ਅਬੇ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ ਮੈਨੂੰ ਲੱਗਦਾ ਸੁਖਮੀਤ ਕੁਝ ਕਹਿਣਾ ਚਾਹੁੰਦੀ ਤੁਹਾਨੂੰ No, I thank you so much for those kind words. But you know, I'm the one who always resolves the situation, not you. ਇਸ ਤੋਂ ਪਹਿਲਾਂ ਕਿ ਹੁਣ ਦੋਨਾਂ ਭਰਾਵਾਂ ਦੀ ਔਨ 에ਅਰ ਲੜਾਈ ਹੋ ਜਾਏ ਮੈਨੂੰ ਲੱਗਦਾ ਮੈਂ ਕਾਲ ਡਿਸਕਨੈਕਟ ਕਰ ਦਿਆਂ ਅਬੇ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਇਹ ਸਨ ਛੋਟੇ ਬ੍ਰਦਰ ਇਹਨਾਂ ਦੇ ਅਬੇ ਸੁਖਮੀਤ ਦੇ ਸੁਖਮੀਤ ਅੱਜ ਜਦੋਂ ਆਪਾਂ ਇੰਨੀਆਂ ਗੱਲਾਂ ਬਾਤਾਂ ਕਰ ਲਈਆਂ ਸਾਨੂੰ ਵੀ ਪਤਾ ਲੱਗ ਗਿਆ ਕਿ ਤੁਹਾਡਾ ਜਿਹੜਾ ਗੋਲ ਹੈ ਉਹ ਡਾਕਟਰ ਬਣਨ ਦਾ ਹੈ ਪਰ ਸਟਿਲ ਬਹੁਤ ਵਾਰੀ ਆਪਾਂ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਲਾਈਫ ਦੇ ਵਿੱਚ ਪਰਪਸ ਹੈ ਮੇਰਾ ਕੋਈ ਪਰਪਸ ਹੈ ਹੈਵ ਯੂ ਫਾਊਂਡ ਯੂਰ ਪਰਪਸ ਯੈਟ ਔਰ ਨਾਟ I think my purpose has always been to help others. And I think I found my purpose when I was 5, honestly speaking. When I was at Bangalore, it really gave me the purpose for life. I don't know where I would be today. J.O. incidents nahi hui. So I think that has always been my purpose. And I'm always trying to uplift that purpose with different opportunities. ਤੇ ਹੁਣ ਮੇਰੀ ਪਰਪਸ ਹੈਗੀ ਕਿ ਜਿਹੜੇ ਸਾਡੇ ਬੱਚੇ ਵੀ ਹੈਗੇ especially Surrey ਦੇ ਵਿੱਚ with gang violence and shootings it's something that's a huge concern to all of us. ਤੇ especially ਜਦੋਂ ਜਿਸ ਤਰ੍ਹਾਂ ਮੀਡੀਆ ਵੀ ਪੋਰਟਰੇ ਕਰਦੀ ਹੈ Surrey ਨੂੰ ਸਾਰੇ ਕਹਿੰਦੇ ਕਿ Surrey ਦੇ ਬੱਚੇ ਪਤਾ ਨਹੀਂ ਕੀ ਬਣਨਗੇ I always want to change that. ਤੇ that's why ਜਿਹੜਾ ਸਿੱਖ ਹੈਲਥ ਫਾਊਂਡੇਸ਼ਨ ਦਾ ਜਿਹੜਾ ਮੈਂ ਪ੍ਰੋਜੈਕਟ ਕੀਤਾ ਸੀ ਕੈਂਪੇਨ ਇਹਦੇ ਵਿੱਚ ਸਾਰੇ ਬੱਚੇ ਹੈਗੇ all youth 150 youth to be exact and ਹੋਰ ਵੀ ਜੁਆਇਨ ਕਰੀ ਚਾਹੁੰਦੇ ਆ ਕਿੱਦਾਂ ਜਿਹੜੇ ਸੁਣਨ ਵਾਲੇ ਆ ਇਸ ਵੇਲੇ ਪੋਸੀਬਲੀ ਜਿਹੜੇ ਤੁਹਾਨੂੰ ਸੁਣ ਰਹੇ ਆ ਉਹ ਕਿੱਦਾਂ ਆਪਣੇ ਬੱਚਿਆਂ ਨੂੰ ਤੁਹਾਡੇ ਨਾਲ ਕਨੈਕਟ ਕਰਵਾ ਸਕਦੇ ਆ ਇਜ਼ ਇਟ ਓਪਨ ਔਰ ਤੁਸੀਂ ਕਿੱਦਾਂ ਜਿਹੜੇ ਯੂਥ ਵੀ ਆ ਉਹ ਜੇ ਤੁਹਾਡੇ ਨਾਲ ਜੁੜਨਾ ਚਾਹੁੰਦਾ ਕਿਵੇਂ ਕਰ ਸਕਦੇ ਆ ਸੋ ਸਾਡਾ ਫੇਸਬੁੱਕ ਪੇਜ ਵੀ ਹੈਗਾ ਸਿੱਖ ਹੈਲਥ ਫਾਊਂਡੇਸ਼ਨ ਇੰਸਟਾਗ੍ਰਾਮ ਤੇ ਵੀ ਸਿੱਖ ਹੈਲਥ ਫਾਊਂਡੇਸ਼ਨ ਉੱਥੋਂ ਦੀ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਜੁਆਇਨ ਕਰ ਸਕਦੇ ਹੋ ਜਿਹੜੇ ਵੀ ਬੱਚੇ ਹੈਗੇ ਕੀ ਐਕਟੀਵਿਟੀਜ਼ ਕਰਦੇ ਹੋ ਤੁਸੀਂ ਸੋ ਜਿਹੜੀ ਪਹਿਲੇ ਹੈਗੀ ਸੀ ਗੁਰਦੁਆਰੇ ਦੇ ਵਿੱਚ ਕਰੇ ਸੀ ਹੁਣ ਜਿਹੜੀ ਵੈਕਸੀਨ ਕਲੀਨਿਕਸ ਖੁੱਲ੍ਹੀਆਂ ਗੁਰਦੁਆਰਿਆਂ ਦੇ ਵਿੱਚ ਜਾਂ ਮੌਸਕ ਜਾਂ ਮੰਦਿਰ ਵਿੱਚ ਉੱਥੇ ਸਾਡੇ ਵੋਲੰਟੀਅਰਸ ਜਾਂਦੇ ਆ ਅਤੇ ਉੱਥੇ ਲੋਕਾਂ ਦੀ ਮਦਦ ਕਰਦੇ ਸੋ ਜਿਹੜੀ ਵੀ ਕਮਿਊਨਿਟੀ ਵਿੱਚ ਹੁਣ ਐਫਰਟ ਹੋਏਗਾ ਜਿਹੜੀ ਵੀ ਕਮਿਊਨਿਟੀ ਇਵੈਂਟ ਹੋਏਗਾ ਸਾਡੇ ਵੋਲੰਟੀਅਰਸ ਉੱਥੇ ਜਾਣਗੇ ਅਤੇ ਉੱਥੇ ਦੀ ਲੋਕਾਂ ਨੂੰ ਮਦਦ ਕਰਨਗੇ ਸੋ ਦੈਟਸ ਵਾਈ ਆਈ ਥਿੰਕ ਇਟਸ ਅ ਰੀਲੀ ਗੁੱਡ ਓਪਰਚੁਨਿਟੀ ਫॉर ਯੂਥ ਟੂ ਜੁਆਇਨ ਸੁਖਮੀਤ ਹੁਣ ਐਜ਼ ਅ ਪਰਸਨ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਪਹਿਚਾਨਣਾ ਚਾਹੁੰਦੀ ਹੋਰ ਜਾਣਨਾ ਚਾਹੁੰਦੀ ਹਾਂ ਤਾਂ ਕਿ ਜਿਹੜੇ ਸੁਣਨ ਵਾਲੇ ਆ ਉਹ ਵੀ ਇਹ ਗੱਲ ਮਹਿਸੂਸ ਕਰਨ ਕਿ ਵੀ ਜੇ ਕਿਸੇ ਇੱਕ ਪੈਡੈਸਟਲ 'ਤੇ ਤੁਸੀਂ ਖੜ੍ਹੇ ਹੋ ਪਲੈਟਫਾਰਮ 'ਤੇ ਕਿਤੇ ਖੜ੍ਹੇ ਹੋ ਉਹਦੇ ਪਿੱਛੇ ਕਿਹੋ ਜਿਹੀ ਸਟਰਗਲ ਹੈ ਹੁਣ ਤੱਕ ਤੁਸੀਂ ਕੁਝ ਗੱਲਾਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਇਹ ਜਿਹੜਾ ਰਸਤਾ ਤੁਸੀਂ ਫੜਿਆ ਹੋਇਆ ਜਿਸ ਜਰਨੀ 'ਤੇ ਤੁਸੀਂ ਹੋ ਇਹਦੇ ਵਿੱਚ ਕਿੰਨੀਆਂ ਔਖਿਆਈਆਂ ਹਾਰਡਸ਼ਿਪਸ ਤੁਹਾਨੂੰ ਸਹਿਣੀਆਂ ਪਈਆਂ
A lot. Like? I think behind my smile, sometimes people don't realize the hard work that goes into it. ਜਿਹੜੇ ਵੀ project में कितने हो या सारा कुछ, there's a lot of work that needs to be done behind the scene before a project can become a reality. And I think I faced so many hurdles throughout the years, but I always tell myself ki Jay, like my brother actually mentioned, like whatever I set my mind to, what I think is something that is going to work, I work on it no matter what the obstacles are. I will find a way around it. I will find the people to help me with those. For even instance, let's take the ਜਿਹੜਾ ਗੁਰਦੁਆਰੇ the project ਮੈਂ ਸ਼ੁਰੂ ਕੀਤਾ ਸੀ last year, June ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤਾ ਸੀ, I reached out to a lot of adults. And they were all just like, yeah, we'll support you. We'll support you. I was like, we need funding to help buy the equipment to keep our volunteers safe. And they're like, yeah, we'll support. No one supported. And there was even, I won't say who, but there was someone who even told us like going into the Gurdwara is not going to work because like that's not the ideal place to reach out to help people. And I was like, I think it is a perfect place क्योंकि हमेशा ਅਸੀਂ ਕਹਿੰਦੇ ਕਿ ਲੋਕਾਂ ਨੂੰ ਮਿਲਣਾ ਚਾਹੀਦਾ ਜਿੱਥੇ ਉਹ ਹੁੰਦੇ ਹੈ. So I knew कि community hub ਹੈਗਾ ਗੁਰਦੁਆਰਾ, ਉੱਥੇ ਲੋਕਾਂ ਬਸ spirituality ਵਾਸਤੇ ਨਹੀਂ ਜਾਂਦੇ ਲੇਕਿਨ ਉੱਥੇ ਆਪਣੇ ਦੋਸਤਾਂ ਨੂੰ ਵੀ ਮਿਲਦੇ ਆ ਤੇ ਸਾਰਾ ਕੁਝ. So I was like, I know this is the place to do it. And I set my foot on that and I got my team, ਅਸੀਂ organization ਸਾਰੀ ਕੀਤੀ to make sure it runs smoothly, and it did. So that's where I think my mind is, it's always like set. But the thing is, I can also be very flexible. Of course, लगता है कि मैनू कि ये नहीं चलेगा. I always have a backup plan कि ਅਸੀਂ ਕੀ ਕਰ ਸਕਦੇ ਹਾਂ ਜੇ ਇਹ नहीं चलेगा. So I think these are the things I've learned throughout life. I've learned that there's people out there कि ਉਹ ਤੁਹਾਨੂੰ support नहीं करेंगे, and that's okay. क्योंकि ਤੁਸੀਂ ਸਾਰਿਆਂ ਨੂੰ खुश नहीं रख सकते, you know. That's one thing I learned. Another thing is कि sometimes people will say they support you, but they don't. Instead, they're actually on the opposite side trying to sabotage your project. Really? So that's another thing I've learned through the process. And I'm like, okay, that's fine. And I think that again goes back to what my parents have taught is you live your life the way that you want to live. It's to live with integrity and make sure that you do everything with honesty. And that's what I always do with ਪਰ any ਇਹੀ project. ਤਾਂ ਸਭ ਤੋਂ ਵੱਡਾ ਚੈਲੰਜ ਵੀ ਇਹੀ I know it is. It's sometimes so hard. You can easily, take a shortcut and try to do ਕਿਉਂਕਿ something. ਇਹ ਗੱਲਾਂ ਨੂੰ ਸੁਣਨ ਨੂੰ ਬਹੁਤ ਵਧੀਆ ਲੱਗਦੀਆਂ. Yeah. It's so hard to ਪਰ implement. ਜਿਹਨੇ ਉਹ ਚੀਜ਼ਾਂ ਇੰਪਲੀਮੈਂਟ ਕਰਨੀਆਂ, ਜਿਹਨੇ ਉਹ ਕਨਸੈਪਟ ਜੀਣਾ ਹੈ, ਹਾਂਜੀ, ਉਹਦੇ ਲਈ ਔਖਾ ਹੈ. Yeah. ਕੋਈ ਇਨਫਲੂਐਂਸਰ ਹੈਗੇ ਤੁਹਾਡੀ ਲਾਈਫ ਦੇ ਵਿੱਚ ਜਿਹਨਾਂ ਤੋਂ ਤੁਸੀਂ ਇਨਫਲੂਐਂਸ ਹੋਵੇ, ਕੋਈ ਲੋਕ ਹੈਗੇ ਨੇ? Yeah, I think again, my parents, huge influence. Baltej Singh Dhillon, who's the first RCMP officer with the turban. Harjeet Sajjan, who again, first National Defense Minister of Canada with a turban. So I think all these people are really making waves. They are using their platform for the better. ਉਹ ਸਾਰਿਆਂ ਨੂੰ ਸਿਖਾ ਰਹੇ ਕਿ ਤੁਸੀਂ ਆਪਣੇ morals ਨਹੀਂ ਭੁੱਲ ਸਕਦੇ. ਜੇ ਤੁਸੀਂ ਆਪਣੇ morals follow ਕਰਦੇ ਹੋ, ਜੇ ਤੁਸੀਂ honesty ਵਿੱਚ life ਜੀਂਦੇ ਹੋ, ਤੁਸੀਂ ਜਿੱਥੇ ਵੀ ਚਾਹੁੰਦੇ ਹੋ ਤੁਸੀਂ ਉੱਥੇ ਜਾ ਸਕਦੇ ਹੋ. For instance, ਜਦੋਂ ਹਰਜੀਤ ਸਿੰਘ ਸੱਜਣ ਉਹਨਾਂ ਨੂੰ ਕਹਿ ਰਹੇ ਸੀ ਕਿ ਆਪਣੀ ਦਾੜੀ ਨੂੰ shave ਕਰਨਾ ਹੈ in order to join the military, ਉਹਨਾਂ ਨੇ ਆਪਣਾ mask ਬਣਾਇਆ ਸੀ, right? I kind of related that now to this ਜਿਹੜਾ ਮੈਂ ਮਾਸਕ ਬਣਾਇਆ ਸੀ ਕੋਵਿਡ ਦਾ, ਜਿਹੜੇ ਲੋਕ ਗੁਰਦੁਆਰੇ ਦੇ ਵਿੱਚ ਹੈਗੇ ਸੀ ਤੇ ਉਹਨਾਂ ਨੂੰ ਮਾਸਕ ਨਹੀਂ ਹੈਗਾ ਸੀ, I made sure ਕਿ ਉਹਨਾਂ ਦਾ ਮਾਸਕ ਜਿਹੜਾ ਹੈਗਾ ਸੀ it can tie around a pug. So I think it's important ਕਿ ਅਸੀਂ innovation ਜਿਹੜੀ ਹੈਗੀ ਹੈ, creativity ਹੈਗੀ ਹੈ, ਉਹ ਅਸੀਂ ਕਦੀ lose ਨਾ ਕਰੀਏ. And I think that's what youth have that sometimes adults miss. Adults think about a lot of the no's, ठीक है? ते ਜਿਹੜੇ youth ਹੁੰਦੇ, they think about the yeses in life. कि this is possible, because they don't know what the no is, right? ਜਿਹੜੇ adults again, they think about the no's before the yeses. And I think that's where I try to live my life by. कि ਜੇ ਮੇਰੇ mind ਵਿੱਚ ਹੈਗਾ ਕਿ project, I really want to do this, I'll try to find out all the possibilities ਕਿ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ. ਤੇ ਉਸ ਤੋਂ ਬਾਅਦ when we see that, okay, these are now the restrictions, ਅਸੀਂ ਇਸ ਤਰ੍ਹਾਂ ਕਿਸ ਤਰ੍ਹਾਂ surpass ਕਰ ਸਕਦੇ ਹਾਂ, who can I contact to get help with these? So these are the things that I now do. Of course, ਇਹ ਸਾਰਾ ਕੁਝ time consuming ਬਹੁਤ ਹੈਗਾ, especially ਜਿਹੜੀ ਪੜ੍ਹਾਈ ਹੈਗੀ ਹੈ, medical school is no joke. The amount of studying I do all day long basically. But I've realized through this process is key, you have to have a good team.
ਆਪਣਾ ਟਾਈਮ ਕਿੱਦਾਂ ਮੈਨੇਜ ਕਰਦੇ Yeah. So the team is number one thing I would tell everyone. You have to have a good team to manage your time. So ਜਿਹੜਾ ਹੁਣ ਇਹ project ਕੀਤਾ ਹੈ, I made sure ਕਿ ਮੇਰੀ team ਵਿੱਚ project coordinator ਹੈਗਾ, volunteer coordinator ਹੈਗਾ, social media coordinator ਹੈਗਾ, so that ਉਹ ਸਾਰੇ volunteers ਨੂੰ handle ਕਰ ਸਕਦੇ, ਜੇ media opportunity ਆਉਂਦੀ ਉਹਨਾਂ ਨੂੰ handle ਕਰ ਸਕਦੇ, ਜਦੋਂ ਅਸੀਂ Facebook ਜਾਂ Instagram ਤੇ load ਕਰਨਾ ਕੁਝ ਉਹ ਕਰਦੇ, and then they consult me ਜੇ ਕੁਝ ਮੇਰੀ ਚੀਜ਼ ਲੋੜ ਹੈਗੀ ਹੈ. Otherwise, I let them lead it because, again, I want them to be leaders. ਪਰ ਗੱਲ ਤਾਂ ਇਹ ਹੈ ਨਾ ਸੁਖਮੀਤ, ਇੱਕ ਟੈਸਟ ਅਸੀਂ ਕੋਈ ਦੇਣਾ ਹੋਵੇ, ਕੋਈ ਹਾਂਜੀ, ਇੱਕ ਐਗਜ਼ਾਮ ਦੇਣਾ ਹੋਵੇ, ਜਾਂ ਕੋਈ ਇੱਕ ਚੀਜ਼ ਅਸੀਂ ਕਰ ਰਹੇ ਹੋਈਏ, ਕਈ ਵਾਰ ਇੰਨਾ ਬਰਡਨ ਸਾਡੇ ਉੱਤੇ ਪੈ ਜਾਂਦਾ. ਮੈਂ 2 ਘੰਟੇ ਦਾ ਸ਼ੋਅ ਕਰਨ ਆਉਣਾ ਹੁੰਦਾ, ਮੈਨੂੰ ਲੱਗਦਾ ਕਿ ਵੀ ਸਵੇਰ ਤੋਂ ਸ਼ਾਇਦ ਮੈਂ ਇਹਦੇ ਵਿੱਚ ਹੀ ਇਨਵੋਲਵ ਹੈਗੀ ਹਾਂ, ਤੇ ਫਿਰ ਸ਼ਾਮ ਤੱਕ ਬੈੱਡ ਤੇ ਜਾਂਦੇ ਜਾਂਦੇ ਤੱਕ ਸਾਡੇ ਕੋਲ ਇਹੀ ਸ਼ਿਕਾਇਤ ਹੁੰਦੀ ਕਿ ਟਾਈਮ ਹੈ ਨਹੀਂ, ਟਾਈਮ ਹੈ ਨਹੀਂ, ਹੈ ਨਾ. ਤੁਹਾਡੇ ਕੋਲੋਂ ਜੇ ਤੁਸੀਂ 1-2 ਗੱਲਾਂ ਹੋਰ ਸਾਡੇ ਸੁਣਨ ਵਾਲਿਆਂ ਨਾਲ ਸ਼ੇਅਰ ਕਰ ਸਕੋ, ਤੁਹਾਡੀ ਮਾਰਨਿੰਗ ਈਵਨਿੰਗ ਰੂਟੀਨ ਕਿਹੋ ਜਿਹੀ ਹੁੰਦੀ ਆ? ਬਹੁਤ ਸਾਰੇ ਜਿਹੜੇ ਐਡਲਟਸ ਨੇ, ਵੱਡੇ ਨੇ, ਤੁਹਾਡੇ ਤੋਂ ਵੱਡੀ ਉਮਰ ਦੇ ਨੇ, ਉਹ ਵੀ ਸੁਣਨਾ ਚਾਹਣਗੇ ਕਿ ਇਹ ਮੁੰਡਾ ਕਿਵੇਂ ਕਰਦਾ ਸਾਰਾ ਕੁਝ. So I think hone meri chuttiyan hain, so that's why I think I can do a lot more things. Like I'm here right now doing this interview. Jado medical school, I'll tell you the day in medical school life. ਜਿਹੜੇ ਵੀ ਬੱਚੇ ਹੈਗੇ that are interested. So ਅਸੀਂ ਉੱਠਦੇ ਹਾਂ around 7 a.m. Eat your breakfast, get ready, brush and shower and all of that. And then we have classes usually starting at 8 a.m. So 8 a.m. till 10 a.m. live class ਹੁੰਦੀ ਹੈ. Of course, with COVID, सारी Zoom te ho rahi hai. So we do that. And then we have what are already pre-recorded lectures. So what I try to do is to save time during the week. मैं ਉਸ ਤੋਂ ਪਹਿਲੇ ਹੀ ਵਾਚ ਕਰ ਲੈਣਾ. ਸੋ ਵੀਕਐਂਡ 'ਤੇ ਮੈਂ ਸਾਰੀਆਂ ਲੈਕਚਰਸ ਉਸ ਵੀਕ ਦੀ ਵਾਚ ਕਰ ਲੈਣਾ, ਅਤੇ ਫਿਰ ਜਦੋਂ ਵੀਕ ਆਉਂਦਾ ਹੈ ਮੈਂ ਬਸ ਉਹ ਮਟੀਰੀਅਲ ਨੂੰ ਰਿਵਿਊ ਕਰਨਾ. ਸੋ ਦੈਟ ਵੇ ਮੈਂ ਪਹਿਲੇ ਸੁਣ ਵੀ ਲਿਆ ਅਤੇ ਹੁਣ ਮੈਂ ਪੜ੍ਹ ਲਿਆ ਅਤੇ ਉਹਦੀ ਨੋਟਸ ਬਣਾ ਰਿਹਾ. ਸੋ ਦੈਟ ਵੇ ਮੇਰੇ ਦਿਮਾਗ ਵਿੱਚ ਰਹਿੰਦਾ ਇਹ ਚੀਜ਼ਾਂ. So then that frees me a lot of time to do the other things. So there's Sikh Health Foundation, that stuff I can do then. I can do media opportunities. ਜਦੋਂ ਵੀ ਉਹ ਮੈਨੂੰ ਬੁਲਾਉਂਦੇ, I do those. I do my other projects, Break the Divide Foundation, ਜਿਹੜੀ ਮੈਂ ਤੇ ਮੇਰੇ brother run ਕਰਦੇ ਹਾਂ. Yeah, all these different things and projects we have, I have time to do that. So then I make sure that I've been trying to get healthy as well. Of course, there's times ki jado you are, in exams mode and all you can do is just study. But I've learned through these past years, you have to live a balanced life. And that's something that I struggled with in undergrad. And it's something ki ਤੁਸੀਂ ਕਦੀ perfect ਨਹੀਂ ਹੋ ਸਕਦੇ. You can always improve yourself. So I tried going to the gym, then I tried going for a walk outside. I tried eating more healthy instead of eating more fast food stuff. I started making food at home, bought a crock pot, and then there dal, rice, everything I could start making. So I realized these little things that I started changing, they were making a big impact in my life. And I made sure to make time for myself as well. Throughout the day, ਜਦੋਂ ਵੀ I felt too busy and I was like, there's so many things I need to do, lekin mere ko time hi nahi hai. Jada tusi keh rahe se ki time hi nahi hai. I make sure ki us time vich jado mainu lagda hai ki I'm feeling overwhelmed, I take a break and I watch TV or I watch Netflix or I go outside for a walk or do something else ki jado main wapas aanga I'll be again back in the focused mind and I can continue the task. And this is something I've learned from my brother, actually. He's so well at organizing his time. I'm shocked. I can never do this, but I think for every person it's different. He will create a schedule for the entire week ahead of time. So then he knows by the hour what he's going to do, which is why he's so successful at what he does, is because he has all these things ahead of time. When are the meetings that he's going to attend? When are these classes? When is he going to be, doing this or that? Like, that's amazing. He can do that. I can't do that. So for me, I try to do ahead as much stuff as I can ahead of time, so that when I do need to do other things, I can do those when they come. ਅਮੇਜ਼ਿੰਗ, ਬਹੁਤ ਵਧੀਆ ਗੱਲਾਂ. ਮੈਨੂੰ ਇੱਕ ਗੱਲ ਹੋਰ ਦੱਸੋ ਵੀ ਤੁਸੀਂ ਦੱਸਿਆ ਕਿ ਪੇਰੈਂਟਸ ਤੁਹਾਨੂੰ ਬਹੁਤ ਪੋਜ਼ਿਟਿਵ ਵਾਈਬਸ ਦਿੰਦੇ ਆ, ਐਨਰਜੀ ਘਰ ਦੇ ਵਿੱਚ ਉਹੋ ਜਿਹੀ ਰਹੀ ਹੈਗੀ ਆ. ਸਟਿਲ ਐਨਰਜੀ ਦਾ ਹਰ ਇੱਕ ਵਿਅਕਤੀ ਦਾ ਕੋਈ ਨਾ ਕੋਈ ਸੋਰਸ ਜ਼ਰੂਰ ਹੁੰਦਾ ਹੈ. ਅਸੀਂ ਰੋਜ਼ ਆਪਣੇ ਆਪ ਨੂੰ ਖਾਲੀ ਕਰਦੇ ਹਾਂ, ਅਸੀਂ ਫਿਰ ਐਨਰਜੀ ਲੈਂਦੇ ਹਾਂ. ਕੋਈ ਆਪਣਾ ਦਿਨ ਮੈਡੀਟੇਸ਼ਨ ਨਾਲ ਸਟਾਰਟ ਕਰਦਾ. ਥੋੜ੍ਹਾ ਜਿਹਾ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਮਹਿਸੂਸ ਹੋ ਰਿਹਾ ਕਿ ਤੁਸੀਂ ਸਪਿਰਿਚੁਅਲ ਜਾਂ ਰਿਲੀਜੀਅਸ ਵੀ ਹੈਗੇ ਹੋ. ਕੀ ਕਰਦੇ ਹੋ ਉਹਦੇ ਲਈ? Yeah, I think for me it's more spirituality. I've always believed the higher power
and that's something again my parents have instilled within me. ਜਦੋਂ ਵੀ ਅਸੀਂ like we have Baba Ji Kamra at home and we go read the Guru Granth Sahib Ji, like when my dad reads it, at the end of it, since we were young, he would always translate the messaging of the Guru Granth Sahib Ji in English to us, always. And he would always repeat what are the main things to learn from it. So whether that be about compassion, whether that be about seva. So these are the fundamental values that we've grown up hearing all the time. And then those are the things I try to embody in my life every day. ਜਦੋਂ ਵੀ ਮੈਂ ਉੱਠਦਾ ਜਾਂ ਸੌਂਦਾ, I'm always grateful ਕਿ ਮੈਨੂੰ ਇੱਕ ਹੋਰ ਦਿਨ ਮਿਲੇ ਇਸ ਜ਼ਿੰਦਗੀ ਵਿੱਚ. ਜਦੋਂ ਅਸੀਂ ਉੱਠਦੇ ਹਾਂ ਸਵੇਰੇ, I'm thankful, especially now with COVID and the amount of deaths that have happened around the world. I think I've even become more grateful कि I'm still living. I'm in Canada, you know. Our healthcare system is good. We have access to vaccines. We have access to the doctor whenever we need it. Now you look at India, utthe oxygen vi nahi mil raha lokan nu, and my Taiji, she passed away from COVID and all these things. I think it's made me even more grateful for life. It's made me grateful for the people around me. I think that's what gives me the passion. And now with the Sikh Health Foundation project and seeing the growth that it's had, the jehde bacche bhi involved again, how excited they are, I think that's what fuels my energy. And I think that's how I really now try to embody my life. ਆਪਣਾ ਟਾਈਮ ਬਿਲਕੁਲ ਆਲਮੋਸਟ ਖਤਮ ਹੋ ਚੁੱਕਾ ਹੈ. ਇੱਕ ਮੇਰੇ ਮਨ 'ਚ ਖਿਆਲ ਆ ਰਿਹਾ ਕਿ ਤੁਸੀਂ ਕਮਿਊਨਿਟੀ ਦੇ ਲੀਡਰ ਹੋ ਇਸ ਵੇਲੇ, ਯੂਥ ਦੇ ਲੀਡਰ ਹੋ. ਜੇ 1-2 ਸੈਕਿੰਡਸ ਦੇ ਵਿੱਚ ਇਹ ਗੱਲ ਦੱਸ ਸਕੋ, ਪੋਲੀਟੀਕਲ ਐਸਪੀਰੇਸ਼ਨਸ ਵੀ ਹੈਗੀਆਂ? That is an interesting question ਕਿ ਇਹ ਸਾਰੇ ਪੁੱਛਦੇ ਮੈਨੂੰ. I don't know. ਪਤਾ ਨਹੀਂ. I think ਜਿਹੜੀ politics ਹੁੰਦੀ ਹੈ, they can sometimes become messy. And I am the type of person ਕਿ I like to do things for the community. And oftentimes politicians always say, you know, they're for the community, but really they're not. If I were ever to run in politics, I think my focus would always be the same, is to always prioritize the people. Just how we hamesha mein ਉਸੇ zindagi vich ਕਨਸੈਪਟ kare. ਨੂੰ ਤੁਸੀਂ ਬਿਗਰ ਲੈਵਲ ਤੇ ਲੈ ਕੇ ਜਾਣਾ? Exactly. And who knows, maybe I'll be Minister of Health one day. Yeah. Of Canada. And I'll record this and Yes. this is going to happen one day. thank you. Let's see. Good luck. Thank you so much for Best having wishes. me. Thank you. It was pleasure talking to you. Thank you. ਇਹ ਸਨ ਸੁਖਮੀਤ ਸਚਲ, ਤੇ ਇੱਕ ਦਿਨ ਮਿਨਿਸਟਰ ਆਫ ਹੈਲਥ ਦੇ ਤੌਰ ਤੇ ਅਸੀਂ ਇਹਨਾਂ ਨੂੰ ਜ਼ਰੂਰ ਦੇਖਣਾ ਚਾਹਾਂਗੇ. ਸਾਡੀਆਂ ਪੂਰੀਆਂ ਜਿਹੜੀਆਂ ਬੈਸਟ ਵਿਸ਼ੇਸ ਨੇ ਇਹਨਾਂ ਦੇ ਨਾਲ ਨੇ, ਤੇ ਇੱਕ ਦਿਨ ਮੈਂ ਉਮੀਦ ਕਰਦੀ ਹਾਂ ਕਿ ਇਸੇ ਸਟੂਡੀਓ ਦੇ ਵਿੱਚ ਇਸ ਪੋਜੀਸ਼ਨ ਦੇ ਵਿੱਚ ਵੀ ਆਉਣਗੇ ਜਿਹਦੀ ਅਸੀਂ ਹੁਣੇ ਗੱਲ ਕੀਤੀ ਆ. ਇਹ ਪਤਾ ਨਹੀਂ ਹੁੰਦਾ, ਕਹਿੰਦੇ ਹੁੰਦੇ ਕਿ ਜ਼ੁਬਾਨ ਦੇ ਉੱਤੇ ਕਿਸੇ ਵੇਲੇ ਸਰਸਵਤੀ ਬੈਠੀ ਹੁੰਦੀ ਆ. ਅੱਜ ਦੇ ਇਸ ਪ੍ਰੋਗਰਾਮ 'ਚ ਇੰਨੀਆਂ ਹੀ ਗੱਲਾਂ ਬਾਤਾਂ. ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਪਸੰਦ ਕੀਤਾ ਹੋਏਗਾ. ਸੁਖਮੀਤ, ਤੁਹਾਡਾ ਬਹੁਤ ਸ਼ੁਕਰੀਆ. ਸੁਣਨ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ. ਆਉਂਦੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੇ YouTube ਚੈਨਲ 'ਤੇ ਵੀ ਦੇਖ ਸਕੋਗੇ. ਕੋਈ ਫੀਡਬੈਕ ਦੇਣੀ ਹੈ ਮੈਨੂੰ, ਤੁਸੀਂ ਈਮੇਲ ਕਰ ਸਕਦੇ ਹੋ navjot@sherpunjabradio.ca 'ਤੇ. ਧੰਨਵਾਦ.